ਤੋਂ ਨੰਨੇ ਤੱਕ ਦੀ ਪਛਾਣ ਕਰਾਂਗੇ। ਸਭ ਤੋਂ ਪਹਿਲਾਂ ਦੇਖੋ ਇਹ ਕਿਹੜਾ ਅੱਖਰ ਹੈ? ਨੰਨਾ। ਸ਼ਾਬਾਸ਼। ਅੱਗੇ ਦੱਸੋ, ਇਹਨੂੰ ਪਛਾਣੋ। ਇਹ ਕਿਹੜਾ ਅੱਖਰ ਹੈ? ਥੱਥਾ। ਅੱਗੇ ਇਹ ਦੇਖੋ ਤੱਤਾ, ਤੇ ਇਹਨੂੰ ਦੇਖੋ ਹੁਣ ਦੱਦਾ। ਸ਼ਾਬਾਸ਼। ਅਗਲਾ ਅੱਖਰ ਦੇਖੋ ਧੱਦਾ। ਹੁਣ ਅਸੀਂ ਇਹਨਾਂ ਅੱਖਰਾਂ ਨੂੰ ਤਰਤੀਬ ਅਨੁਸਾਰ ਪੜਾਂਗੇ। ਆ ਦੇਖੋ ਤੱਤਾ, ਥੱਥਾ, ਦੱਦਾ, ਧੱਦਾ, ਨੰਨਾ। ਇੱਕ ਵਾਰੀ ਫੇਰ ਪੜਦੇ ਆ, ਤੁਸੀਂ ਵੀ ਮੇਰੇ ਨਾਲ ਮਿਲ ਕੇ ਬੋਲਿਓ। ਤੱਤਾ, ਥੱਥਾ, ਦੱਦਾ, ਧੱਦਾ, ਨੰਨਾ। ਹੁਣ ਅਸੀਂ ਗੱਗਾ ਅੱਖਰ ਲਿਖਣ ਦੀ ਪ੍ਰੈਕਟਿਸ ਕਰਾਂਗੇ। ਸਭ ਤੋਂ ਪਹਿਲਾਂ ਲੇਟਵੀਂ ਰੇਖਾ ਖਿੱਚੀ, ਫਿਰ ਖੜੀ ਰੇਖਾ ਖਿੱਚੀ, ਇਹਨੂੰ ਇਸ ਤਰ੍ਹਾਂ ਘੁਮਾਇਆ, ਰਾਰਾ ਬਣ ਗਿਆ, ਤੇ ਫਿਰ ਇੱਕ ਹੋਰ ਖੜੀ ਰੇਖਾ ਖਿੱਚੀ, ਇਹ ਬਣ ਗਿਆ ਸਾਡਾ ਗੱਗਾ। ਫਿਰ ਦੇਖੋ ਸਭ ਤੋਂ ਪਹਿਲਾਂ ਲੇਟਵੀਂ ਰੇਖਾ, ਫਿਰ ਖੜੀ ਰੇਖਾ, ਫਿਰ ਘੁਮਾਇਆ, ਫਿਰ ਇੱਕ ਹੋਰ ਖੜੀ ਰੇਖਾ, ਇਹ ਬਣ ਗਿਆ ਸਾਡਾ ਗੱਗਾ। ਫਿਰ ਦੇਖੋ ਇੱਕ ਵਾਰ, ਸਭ ਤੋਂ ਪਹਿਲਾਂ ਲੇਟਵੀਂ ਰੇਖਾ, ਫਿਰ ਖੜੀ ਰੇਖਾ, ਘੁਮਾ ਕੇ ਬਣਿਆ ਰਾਰਾ, ਤੇ ਫਿਰ ਇੱਕ ਹੋਰ ਖੜੀ ਰੇਖਾ, ਇਹ ਬਣ ਗਿਆ ਗੱਗਾ। ਸ਼ਾਬਾਸ਼। ਤੁਸੀਂ ਵੀ ਇਸ ਤਰ੍ਹਾਂ ਹੀ ਲਿਖਣ ਦੀ ਕੋਸ਼ਿਸ਼ ਕਰਨੀ ਹੈ। ਹੁਣ ਅਸੀਂ ਤੱਤੇ ਤੋਂ ਨੰਨੇ ਤੱਕ ਨੂੰ ਤਸਵੀਰਾਂ ਨਾਲ ਪੜਾਂਗੇ। ਤੱਤਾ ਤੋਤਾ, ਥੱਥਾ ਥਰਮਸ, ਦੱਦਾ ਦਵਾਤ, ਧੱਦਾ ਧੋਬੀ, ਨੰਨਾ ਨਲਕਾ। ਫਿਰ ਪੜਦੇ ਆ ਇੱਕ ਵਾਰ। ਤੱਤਾ ਤੋਤਾ, ਥੱਥਾ ਥਰਮਸ, ਦੱਦਾ ਦਵਾਤ, ਧੱਦਾ ਧੋਬੀ, ਨੰਨਾ ਨਲਕਾ। ਮੈਨੂੰ ਪੂਰੀ ਉਮੀਦ ਹੈ ਬੱਚਿਓ, ਹੁਣ ਤੁਹਾਨੂੰ ਤੱਤੇ ਤੋਂ ਨੰਨੇ ਤੱਕ ਦੀ ਪੂਰੀ ਪਛਾਣ ਹੋ ਗਈ ਹੋਏਗੀ। ਹੁਣ ਤੁਸੀਂ ਇਸ ਨੂੰ ਦੁਬਾਰਾ ਪੜ੍ਹਨਾ ਹੈ ਤੇ ਇਹਨੂੰ ਚੰਗੀ ਤਰ੍ਹਾਂ ਯਾਦ ਕਰਨਾ ਹੈ। ਅੱਛਾ ਬੱਚਿਓ, ਕੱਲ ਫੇਰ ਮਿਲਾਂਗੇ। ਧੰਨਵਾਦ ਜੀ। ਪਿਆਰੇ ਬੱਚਿਓ, ਘਰ ਦੇ ਕੰਮ ਵਿੱਚ ਤੁਸੀਂ ਪੰਨਾ ਨੰਬਰ 36, 37, 38 ਨੂੰ ਪੜ੍ਹਨਾ ਅਤੇ ਹੇਠਾਂ ਦਿੱਤਾ ਅਭਿਆਸ ਵੀ ਕਰਨਾ ਹੈ। ਪਿਆਰੇ ਬੱਚਿਓ, ਤੁਸੀਂ ਤੱਤਾ ਤਿਤਲੀ ਵਿੱਚ ਰੰਗ ਵੀ ਭਰਨਾ ਹੈ ਤੇ ਪੰਨਾ ਨੰਬਰ 58 ਤੇ ਗੱਗਾ ਅੱਖਰ ਲਿਖਣਾ ਨਹੀਂ ਭੁੱਲਣਾ। ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ, ਅੱਜ ਮੈਂ ਤੁਹਾਨੂੰ ਸਿਖਾਉਣ ਜਾ ਰਹੀ ਹਾਂ ਪੁੱਠੀ ਗਿਣਤੀ 9 ਤੋਂ 1 ਤੱਕ। ਆਓ ਸਿੱਖੀਏ। ਪਿਆਰੇ ਬੱਚਿਓ, ਪਹਿਲਾਂ ਅਸੀਂ 1 ਤੋਂ 9 ਤੱਕ ਸਿੱਧੀ ਗਿਣਤੀ ਉਂਗਲਾਂ ਦੀ ਸਹਾਇਤਾ ਦੇ ਨਾਲ ਗਿਣਦੇ ਹਾਂ। ਤੁਸੀਂ ਦੇਖੋ ਤੇ ਗਿਣੋ ਮੇਰੇ ਨਾਲ। 1 2 3 4 5 6 7 8 9। ਹੁਣ ਬੱਚਿਓ, ਅਸੀਂ ਗਿਣਦੇ ਹਾਂ ਪੁੱਠੀ ਗਿਣਤੀ 9 ਤੋਂ ਲੈ ਕੇ 1 ਤੱਕ ਉਂਗਲਾਂ ਦੀ ਹੀ ਸਹਾਇਤਾ ਦੇ ਨਾਲ। 9 8 7 6 5 4 3 2 1। ਪਿਆਰੇ ਬੱਚਿਓ, ਤੁਹਾਨੂੰ ਪਤਾ ਹੈ ਇਸ ਕੈਟਰਪਿਲਰ ਨੇ ਸਾਡੇ ਕੁਝ ਅੰਕ ਖਾ ਲਏ ਹਨ। ਤੁਸੀਂ ਦੇਖੋ ਤੇ ਗਿਣੋ ਮੇਰੇ ਨਾਲ ਇਸਨੇ ਕਿੰਨੇ ਅੰਕ ਖਾਦੇ ਹਨ। 1 2 3 4 5 6 7 8 9। 1 ਤੋਂ ਲੈ ਕੇ 9 ਤੱਕ ਇਸਨੇ ਸਾਡੇ ਅੰਕ ਖਾਦੇ ਹਨ। ਇਹ ਹੈ ਸਾਡੀ ਸਿੱਧੀ ਗਿਣਤੀ 1 ਤੋਂ ਲੈ ਕੇ 9 ਤੱਕ। ਬੱਚਿਓ, ਹੁਣ ਤੁਸੀਂ ਦੇਖੋ ਤੇ ਗਿਣੋ ਮੇਰੇ ਨਾਲ ਪੁੱਠੀ ਗਿਣਤੀ 9 ਤੋਂ ਲੈ ਕੇ 1 ਤੱਕ। 9 8 7 6 5 4 3 2 1। ਇਸ ਤਰ੍ਹਾਂ ਪਿਆਰੇ ਬੱਚਿਓ, ਤੁਸੀਂ ਦੇਖਿਆ ਹੈ ਕਿ ਇਸ ਕੈਟਰਪਿਲਰ ਨੇ 9 ਤੋਂ ਲੈ ਕੇ 1 ਅੰਕ ਤੱਕ ਸਾਰੇ ਅੰਕ ਖਾ ਲਏ ਹਨ। ਇਹ ਸੀ ਸਾਡੀ
ਪੁੱਠੀ ਗਿਣਤੀ ਤੱਕ। ਪਿਆਰੇ ਬੱਚਿਓ, ਇੱਕ ਵਾਰ ਫਿਰ ਤੋਂ ਦੁਹਰਾਓ ਪੁੱਠੀ ਗਿਣਤੀ ਮੇਰੇ ਨਾਲ 9 ਤੋਂ ਲੈ ਕੇ 1 ਤੱਕ। 9 8 7 6 5 4 3 2 1। ਬੱਚਿਓ, ਮੇਰੇ ਕੋਲ ਹਨ ਹੁਣ ਕੁਝ ਚਮਚ, ਤੁਸੀਂ ਦੇਖੋ ਤੇ ਗਿਣੋ ਮੇਰੇ ਨਾਲ ਕਿ ਕਿੰਨੇ ਹਨ। 1 2 3 4 5 6 7 8 9। ਇਹ ਹਨ 9 ਚਮਚ। ਇਹਨਾਂ ਵਿੱਚੋਂ ਇੱਕ ਚਮਚ ਜੇ ਅਸੀਂ ਚੁੱਕ ਲੈਂਦੇ ਹਾਂ ਤੇ ਦੇਖੋ ਸਾਡੇ ਕੋਲ ਕਿੰਨੇ ਚਮਚ ਬਚਦੇ ਹਨ। 1 2 3 4 5 6 7 8। ਹੁਣ ਸਾਡੇ ਕੋਲ ਹਨ 8 ਚਮਚ। ਇੱਕ ਚਮਚ ਅਸੀਂ ਹੋਰ ਚੁੱਕੀਏ ਤੇ ਫਿਰ ਦੇਖੋ ਕਿੰਨੇ ਚਮਚ ਸਾਡੇ ਕੋਲ ਬਚਦੇ ਹਨ। 1 2 3 4 5 6 7। ਹੁਣ ਹਨ 7 ਚਮਚ। ਇੱਕ ਚਮਚ ਹੋਰ ਚੁੱਕਣ ਤੇ ਅਸੀਂ ਦੇਖਦੇ ਹਾਂ ਕਿ ਕਿੰਨੇ ਚਮਚ ਰਹਿ ਜਾਂਦੇ ਹਨ। 1 2 3 4 5 6। ਹੁਣ ਹਨ ਸਾਡੇ ਕੋਲ 6 ਚਮਚ। ਇੱਕ ਚਮਚ ਅਸੀਂ ਹੋਰ ਚੁੱਕੀਏ ਤਾਂ ਫਿਰ ਦੇਖੋ ਕਿੰਨੇ ਚਮਚ ਬਚਦੇ ਹਨ। 1 2 3 4 5। ਹੁਣ ਬੱਚਿਓ, ਸਾਡੇ ਕੋਲ ਬਚੇ ਹਨ 5 ਚਮਚ। ਇੱਕ ਚਮਚ ਅਸੀਂ ਹੋਰ ਚੁੱਕੀਏ ਤਾਂ ਦੇਖਦੇ ਹਾਂ ਕਿੰਨੇ ਚਮਚ ਸਾਡੇ ਕੋਲ ਬਚਦੇ ਹਨ। 1 2 3 4 ਚਮਚ। ਹੁਣ ਬੱਚਿਓ, ਇੱਕ ਚਮਚ ਹੋਰ ਚੁੱਕਣ ਤੇ ਦੇਖਦੇ ਹਾਂ ਸਾਡੇ ਕੋਲ ਕਿੰਨੇ ਚਮਚ ਬਚਦੇ ਹਨ। 1 2 3। ਹੁਣ ਸਾਡੇ ਕੋਲ ਹਨ 3 ਚਮਚ। ਇੱਕ ਚਮਚ ਅਸੀਂ ਹੋਰ ਚੁੱਕਦੇ ਹਾਂ ਤੇ ਸਾਡੇ ਕੋਲ ਦੇਖਦੇ ਹਾਂ ਕਿੰਨੇ ਚਮਚ ਬਚਦੇ ਹਨ। 1 2। ਸਾਡੇ ਕੋਲ ਹਨ 2 ਚਮਚ। ਇੱਕ ਚਮਚ ਅਸੀਂ ਹੋਰ ਚੁੱਕੀਏ ਤਾਂ ਸਾਡੇ ਕੋਲ ਬਚਿਆ ਹੈ ਬੱਚਿਓ, ਬਚਿਆ ਹੈ ਸਾਡੇ ਕੋਲ 1 ਚਮਚ। ਇਹ ਸੀ ਬੱਚਿਓ ਪੁੱਠੀ ਗਿਣਤੀ 9 ਤੋਂ ਲੈ ਕੇ 1 ਤੱਕ। ਪਿਆਰੇ ਬੱਚਿਓ, ਅੱਜ ਤੁਹਾਡਾ ਘਰ ਦਾ ਕੰਮ ਹੈ ਪੁੱਠੀ ਗਿਣਤੀ ਨੂੰ ਵਾਰ-ਵਾਰ ਦੁਹਰਾਉਣਾ। 9 ਤੋਂ ਲੈ ਕੇ 1 ਤੱਕ ਪੁੱਠੇ ਕਦਮਾਂ ਨੂੰ ਗਿਣਦੇ ਹੋਏ, ਜਾਂ ਫਿਰ ਆਪਣੇ ਖਿਡੌਣਿਆਂ ਨੂੰ ਗਿਣਦੇ ਹੋਏ, ਜਾਂ ਫਿਰ ਘਰ ਵਿੱਚ ਕਿਸੇ ਵੀ ਵਸਤੂਆਂ ਨੂੰ ਗਿਣਦੇ ਹੋਏ। ਥੈਂਕ ਯੂ। Hey children, good morning. Welcome to your English class. Children, today we'll do an activity of color the stars with letter F. Is F your friend? Then feel the shape. Standing line, sleeping line on the top, and another sleeping line in the middle. It's F. Children, this activity is at page number 46. So, what are we waiting for? Come, let's do it. So, children, let us color the star with letter F. For this, we will read all the letters one by one and color the letter F. It is D. Next star. Here it is letter F. Yes, we got it. So now we will color it. Yes, we have colored the star with letter F. Next, it is E. Here, yes, you are right. It is F. So we'll color it. Look, we have done it. Let's move to the next line. It is F. Very good, children. We will color this star with letter F. We have colored the star with letter F. F for fish. Next is E. The other one, D. Are we coloring the letter D? No. We are coloring the letter F. It is B. Okay. Now, look at this star. Feel the shape. Standing line, sleeping line, another sleeping line. It is letter F. So we will color this star. Look, we have colored the star with letter F. It is E. So children, by now we have colored all the stars with letter F. Now we will count them.
1, 2, 3 and 4. Well done. Now it's time for your homework. Children, complete this activity. Color the stars with letter F at page number 46 of your textbook. I'll meet you again. Till then, keep learning. Bye-bye. ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ। ਸਤਿ ਸ਼੍ਰੀ ਅਕਾਲ ਮੈਡਮ ਜੀ। ਸ਼ਾਬਾਸ਼ ਬੱਚਿਓ, ਤੁਸੀਂ ਸਾਰੇ ਕਿੰਨੇ ਪਿਆਰੇ ਬੱਚੇ ਹੋ। ਸਭ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦੇ ਹੋ। ਬੱਚਿਓ, ਆਪਣੇ ਤੋਂ ਵੱਡਿਆਂ ਨੂੰ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ, ਨਮਸਤੇ ਜਾਂ ਸਲਾਮ ਕਹਿਣਾ ਚਾਹੀਦਾ ਹੈ। ਤੁਸੀਂ ਦੇਖਿਆ ਹੋਣਾ ਕਿ ਜਦ ਵੀ ਸਾਡੇ ਘਰ ਕੋਈ ਆਉਂਦਾ ਹੈ ਜਾਂ ਅਸੀਂ ਕਿਸੇ ਦੇ ਘਰ ਜਾਂਦੇ ਹਾਂ ਤਾਂ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਕਹਿੰਦੇ ਹਾਂ। ਕੁਝ ਲੋਕ ਨਮਸਤੇ ਕਹਿੰਦੇ ਹਨ ਅਤੇ ਕੁਝ ਸਲਾਮ ਕਹਿੰਦੇ ਹਨ। ਬੱਚਿਓ, ਕੁਝ ਦਿਨ ਪਹਿਲਾਂ ਨਾ ਜਸਵੀਰ ਦੇ ਨਾਨੀ ਉਸਦੇ ਘਰ ਆਏ ਸਨ। ਜਸਵੀਰ ਨੇ ਉਹਨਾਂ ਨੂੰ ਹੱਥ ਜੋੜ ਕੇ, ਸਿਰ ਝੁਕਾ ਕੇ ਬੜੇ ਪਿਆਰ ਨਾਲ ਸਤਿ ਸ਼੍ਰੀ ਅਕਾਲ ਬੁਲਾਈ ਤੇ ਉਸਦਾ ਮਿੱਠੂ ਤੋਤਾ ਵੀ ਬੋਲਿਆ ਸਤਿ ਸ਼੍ਰੀ ਅਕਾਲ ਜੀ। ਤੇ ਉਸਦੇ ਨਾਨਾ ਨਾਨੀ ਬਹੁਤ ਖੁਸ਼ ਹੋਏ ਤੇ ਉਹਨਾਂ ਨੇ ਜਸਵੀਰ ਨੂੰ ਉਸਦੀ ਪਸੰਦ ਦੇ ਪੀਲੇ ਪੀਲੇ ਅੰਬ ਲਿਆ ਕੇ ਦਿੱਤੇ। ਜਸਵੀਰ ਨੇ ਮਿੱਠੇ ਮਿੱਠੇ ਅੰਬ ਬਹੁਤ ਸਵਾਦ ਨਾਲ ਖਾਧੇ। ਇੱਕ ਹੋਰ ਬੱਚਾ ਹੈ ਮਨਜੋਤ। ਜਦੋਂ ਉਸਦੇ ਮੰਮੀ ਉਸਨੂੰ ਬੁਲਾਉਂਦੇ ਹਨ ਤਾਂ ਉਹ ਬੜੇ ਪਿਆਰ ਨਾਲ ਬੋਲਦਾ ਹੈ। ਦੇਖੋ ਫਿਰ, ਮਨਜੋਤ ਗੱਲ ਸੁਣ। ਹਾਂਜੀ ਆਇਆ ਮੰਮਾ ਜੀ। ਹਾਂਜੀ ਆਇਆ ਮੰਮਾ ਜੀ। ਦੇਖਿਆ ਬੱਚਿਓ, ਮਿੱਠੂ ਤੋਤਾ ਵੀ ਕਿੰਨਾ ਸੋਹਣਾ ਬੋਲਦਾ ਹੈ ਕਿਉਂਕਿ ਉਹ ਸੋਹਣਾ ਸੋਹਣਾ ਬੋਲਣ ਵਾਲੇ ਬੱਚਿਆਂ ਨਾਲ ਰਹਿੰਦਾ ਹੈ। ਇਸ ਤਰ੍ਹਾਂ ਮਨਜੋਤ ਦੇ ਮੰਮੀ ਵੀ ਉਸਨੂੰ ਬਹੁਤ ਪਿਆਰ ਕਰਦੇ ਹਨ ਤੇ ਹਮੇਸ਼ਾ ਉਸਦੀ ਪਸੰਦ ਦਾ ਫਲ ਤਰਬੂਜ਼ ਲਿਆ ਕੇ ਦਿੰਦੇ ਹਨ। ਇਸ ਲਈ ਬੱਚਿਓ, ਤੁਸੀਂ ਵੀ ਆਪਣੇ ਤੋਂ ਵੱਡਿਆਂ ਨਾਲ ਗੱਲਬਾਤ ਕਰਨ ਲੱਗੇ ਜੀ ਅਤੇ ਹਾਂਜੀ ਬੋਲਿਆ ਕਰੋ। ਦੇਖੋ, ਇਹ ਖੁਸ਼ੀ ਅਤੇ ਕੋਮਲ ਦੋਵੇਂ ਭੈਣਾਂ ਨੇ। ਇਹ ਹਮੇਸ਼ਾ ਹੱਸਦੀਆਂ ਰਹਿੰਦੀਆਂ ਨੇ ਤੇ ਹਰੇਕ ਨਾਲ ਮੁਸਕਰਾ ਕੇ ਗੱਲ ਕਰਦੀਆਂ ਹਨ। ਬੱਚਿਓ, ਜਦੋਂ ਅਸੀਂ ਪੂਰੇ ਆਤਮ ਵਿਸ਼ਵਾਸ ਨਾਲ ਮੁਸਕਰਾ ਕੇ ਆਪਣੀ ਗੱਲ ਕਹਿੰਦੇ ਹਾਂ ਤਾਂ ਸਾਡੇ ਅਧਿਆਪਕ ਅਤੇ ਮਾਤਾ ਪਿਤਾ ਸਾਡੀ ਗੱਲ ਜ਼ਰੂਰ ਸੁਣਦੇ ਹਨ। ਮੈਨੂੰ ਪਤਾ ਹੈ ਤੁਸੀਂ ਸਾਰੇ ਬਹੁਤ ਚੰਗੇ ਬੱਚੇ ਹੋ ਅਤੇ ਮੇਰੀਆਂ ਦੱਸੀਆਂ ਗੱਲਾਂ ਤੇ ਪੂਰੀ ਤਰ੍ਹਾਂ ਅਮਲ ਕਰੋਗੇ। ਸਭ ਨੂੰ ਸਤਿ ਸ਼੍ਰੀ ਅਕਾਲ, ਨਮਸਤੇ ਜਾਂ ਸਲਾਮ ਆਖੋਗੇ। ਹਮੇਸ਼ਾ ਹਾਂਜੀ ਬੋਲੋਗੇ ਤੇ ਮੁਸਕਰਾ ਕੇ ਪੂਰੇ ਆਤਮ ਵਿਸ਼ਵਾਸ ਨਾਲ ਆਪਣੀ ਗੱਲ ਕਹੋਗੇ। ਅੱਛਾ ਬੱਚਿਓ, ਅੱਜ ਲਈ ਇੰਨਾ ਹੀ। ਫਿਰ ਮਿਲਾਂਗੇ। ਦੂਸਰੀ ਜਮਾਤ ਦੇ ਬਹੁਤ ਹੀ ਨੰਨੇ ਮੁੰਨੇ ਪਿਆਰੇ ਬੱਚਿਓ, ਸਤਿ ਸ੍ਰੀ ਅਕਾਲ। ਪਿਆਰੇ ਬੱਚਿਓ, ਅੱਜ ਅਸੀਂ ਇੱਕ ਖੇਡ ਖੇਡਾਂਗੇ। ਇਸ ਖੇਡ ਦੇ ਵਿੱਚ ਮੈਂ ਤੁਹਾਨੂੰ ਇੱਕ ਤਸਵੀਰ ਦਿਖਾਵਾਂਗੀ ਤੇ ਤੁਸੀਂ ਉਸ ਤਸਵੀਰ ਨੂੰ ਦੇਖ ਕੇ ਸ਼ਬਦ ਲਿਖਣਾ ਹੈ। ਸ਼ਬਦ ਭਾਵ ਕਿ ਉਹ ਤਸਵੀਰ ਕਿਸ ਦੀ ਹੈ। ਆਓ ਫਿਰ ਬੱਚਿਓ ਖੇਡਦੇ ਹਾਂ। ਹਾਂਜੀ, ਹੁਣ ਇਸ ਤਸਵੀਰ ਨੂੰ ਦੇਖੋ ਬੱਚਿਓ। ਇਹ ਤਸਵੀਰ ਕਿਹੜੀ ਹੈ? ਇਸ ਨੂੰ ਸ਼ਬਦ ਵਿੱਚ ਲਿਖੀਏ। ਪੈਰ। ਪੈਰ। ਅਸੀਂ ਪੈਰਾਂ ਨਾਲ ਕੀ ਕਰਦੇ ਹਾਂ? ਹਾਂਜੀ, ਦੌੜਦੇ ਹਾਂ। ਪਿਆਰੇ ਬੱਚਿਓ, ਹੁਣ ਤੁਸੀਂ ਦੇਖੋ ਇਹ ਤਸਵੀਰ ਤੇ ਇਹ ਹੈ ਥੈਲਾ। ਥੈਲਾ। ਤੇ ਅਸੀਂ ਥੈਲੇ ਵਿੱਚ ਬਾਜ਼ਾਰੋਂ ਸਮਾਨ ਖਰੀਦ ਕੇ ਲੈ ਕੇ ਆਉਂਦੇ ਹਾਂ। ਇਹ ਤਸਵੀਰ ਕਿਸ ਦੀ ਹੈ ਬੱਚਿਓ? ਜਲਦੀ ਦੱਸੋ ਤੇ ਲਿਖੀਏ। ਜੈਬਰਾ। ਜੈਬਰਾ। ਪਿਆਰੇ ਬੱਚਿਓ, ਤੁਹਾਨੂੰ ਪਤਾ ਹੈ ਜੈਬਰਾ ਬੜੀ ਤੇਜ਼ ਦੌੜਦਾ ਹੈ। ਹੁਣ ਇਸ ਨੂੰ ਦੇਖੋ।
ਇਹ ਕੀ ਹੈ ਬੱਚਿਓ? ਇਹ ਹੈ ਕੈਮਰਾ। ਕੈਮਰਾ ਜਿਸ ਨਾਲ ਅਸੀਂ ਤਸਵੀਰਾਂ ਖਿੱਚਦੇ ਹਾਂ। ਹੁਣ ਤੁਸੀਂ ਦੇਖੋ ਇਸ ਨੂੰ। ਇਹ ਤਸਵੀਰ ਹੈ ਬੱਚਿਓ, ਹਾਂਜੀ, ਸੈਨਿਕ ਦੀ। ਸੈਨਿਕ ਸਾਡੇ ਦੇਸ਼ ਦੀ ਰਖਵਾਲੀ ਕਰਦੇ ਹਨ। ਹੁਣ ਇਹ ਦੇਖੋ ਬੱਚਿਓ, ਇਸ ਤਸਵੀਰ ਨੂੰ ਦੇਖ ਕੇ ਤੁਸੀਂ ਕਿਹੜਾ ਸ਼ਬਦ ਲਿਖੋਗੇ? ਪੈਸਾ। ਪੈਸਾ। ਤੇ ਤੁਸੀਂ ਕਦੀ ਪੈਸੇ ਗਿਣੇ ਹਨ ਬੱਚਿਓ? ਹਾਂਜੀ। ਹੁਣ ਅਸੀਂ ਇਹ ਤਸਵੀਰ ਦੇਖਦੇ ਹਾਂ। ਇਹ ਤਸਵੀਰ ਹੈ ਬੈਟਰੀ। ਪਿਆਰੇ ਬੱਚਿਓ, ਬੈਟਰੀ ਨਾਲ ਅਸੀਂ ਹਨੇਰੇ ਵਿੱਚ ਵੀ ਚਾਨਣ ਕਰ ਸਕਦੇ ਹਾਂ। ਹੁਣ ਦੇਖੋ, ਇਹ ਤਸਵੀਰ ਕਿਸ ਦੀ ਹੈ ਬੱਚਿਓ? ਹਾਂਜੀ, ਇਹ ਹਨ ਮੈਡਮ। ਇਹ ਤਸਵੀਰ ਮੈਡਮ ਦੀ ਹੈ, ਜਿਨ੍ਹਾਂ ਕੋਲ ਤੁਸੀਂ ਪੜ੍ਹਦੇ ਹੋ। ਹੁਣ ਆਪਾਂ ਦੇਖਦੇ ਹਾਂ ਬੱਚਿਓ ਇਹ ਤਸਵੀਰ। ਤੇ ਇਹ ਤਸਵੀਰ ਕਿਸ ਦੀ ਹੈ? ਇਹ ਤਸਵੀਰ ਹੈ ਪੈਕਟ ਦੀ, ਜਿਸ ਵਿੱਚ ਵੱਖ-ਵੱਖ ਚੀਜ਼ਾਂ ਪੈਕ ਕੀਤੀਆਂ ਜਾਂਦੀਆਂ ਹਨ। ਹਾਂਜੀ ਪਿਆਰੇ ਬੱਚਿਓ, ਹੁਣ ਤੁਹਾਡਾ ਘਰ ਦਾ ਕੰਮ ਹੈ ਕਿ ਇਹ ਸਾਰੇ ਕੀਤੀ ਹੋਈ ਗਤੀਵਿਧੀ ਦੀ ਤੁਸੀਂ ਦੁਬਾਰਾ ਦੁਹਰਾਈ ਕਰਨੀ ਹੈ ਤੇ ਹੋਰ ਨਵੀਆਂ ਤਸਵੀਰਾਂ ਦੇਖ ਕੇ ਉਹਨਾਂ ਦੇ ਨਾਮ ਦੱਸਣੇ ਹਨ। ਬੱਚਿਓ, ਤੁਸੀਂ ਮਾਨ ਕਾਰਡ ਨਾਲ ਸੰਖਿਆ ਬਣਾਉਣਾ ਸਿੱਖ ਚੁੱਕੇ ਹੋ। ਹੁਣ ਤੁਸੀਂ ਸੰਖਿਆ 12 ਲਈ ਕਿਹੜੇ ਦੋ ਮਾਨ ਕਾਰਡਾਂ ਦੀ ਵਰਤੋਂ ਕਰੋਗੇ? 10 ਅਤੇ 2। ਸ਼ਾਬਾਸ਼ ਬੱਚਿਓ। ਇਹ ਦੱਸੋ 12 ਵਿੱਚ 1 ਕਿਹੜੇ ਸਥਾਨ ਤੇ ਹੈ? ਦਹਾਈ। ਸ਼ਾਬਾਸ਼। 1 ਦਾ ਸਥਾਨਕ ਮੁੱਲ ਕੀ ਹੈ? 10। ਸ਼ਾਬਾਸ਼ ਬੱਚਿਓ। ਇਹ ਦੱਸੋ 12 ਵਿੱਚ 2 ਕਿਹੜੇ ਸਥਾਨ ਤੇ ਹੈ? ਇਕਾਈ। ਸ਼ਾਬਾਸ਼। 2 ਦਾ ਸਥਾਨਕ ਮੁੱਲ ਕੀ ਹੈ? 2। ਦੱਸੀ ਗਈ ਸੰਖਿਆ ਦੇ ਮਾਨ ਕਾਰਡ ਅਲੱਗ ਕਰਦੇ ਜਾਓ ਅਤੇ ਸਥਾਨਕ ਮੁੱਲ ਪੜ੍ਹਦੇ ਜਾਓ।
ਆਓ ਬੱਚਿਓ ਹੁਣ ਇਸ ਨੂੰ ਇਸ ਤਰ੍ਹਾਂ ਯਾਦ ਕਰੀਏ। ਜਿਸ ਅੰਕ ਦਾ ਸਥਾਨਕ ਮੁੱਲ ਹੈ ਦੱਸਣਾ, ਉਸ ਅੰਕ ਤੇ ਪਹਿਲਾਂ ਜਾਓ। ਉਸ ਅੰਕ ਦੇ ਸੱਜੇ ਪਾਸੇ ਅੰਕ ਹਨ ਜਿੰਨੇ, ਓਨੀਆਂ ਹੀ ਪਿੱਛੇ ਸਿਫਰਾਂ ਲਾਓ। ਓਨੀਆਂ ਹੀ ਪਿੱਛੇ ਸਿਫਰਾਂ ਲਾਓ। ਜਿਸ ਅੰਕ ਦਾ ਸਥਾਨਕ ਮੁੱਲ ਹੈ ਦੱਸਣਾ, ਉਸ ਅੰਕ ਤੇ ਪਹਿਲਾਂ ਜਾਓ। ਉਸ ਅੰਕ ਦੇ ਸੱਜੇ ਪਾਸੇ ਅੰਕ ਹਨ ਜਿੰਨੇ, ਓਨੀਆਂ ਹੀ ਪਿੱਛੇ ਸਿਫਰਾਂ ਲਾਓ। ਓਨੀਆਂ ਹੀ ਪਿੱਛੇ ਸਿਫਰਾਂ ਲਾਓ। Welcome, dear children. Children, we have covered the CVC words ending with at, an, app. Today we'll make words ending with sound add. A, d, a, d, add. Let us learn words in the add family. B, add, bad, bad. Avoid bad habits. H, add, had, had. I had it first. It's mine. Add, mad, mad. Do not be mad for chocolates. L, add, lad, lad. Vishwa is a sweet lad. S, add, sad, sad. Do not be sad. B, add, bad, bad. I have a bad. Children, did you notice? Each one is different as they begin, but have add at the end. Let us revise. Bad, had, mad, lad, sad, bad. Children, for homework, you have to read and write these words in your notebook. Try to draw these pictures in your notebooks. Match the words with the suitable pictures. ਜਮਾਤ ਤੀਜੀ ਵਿਸ਼ਾ ਪੰਜਾਬੀ। ਪਿਆਰੇ ਬੱਚਿਓ, ਚੌਥਾ ਪਾਠ ਦੀਪੂ ਨੇ ਛੁੱਟੀ ਲਈ ਵਿੱਚੋਂ ਪਾਠ ਅਭਿਆਸ ਨੂੰ ਅਸੀਂ ਹੱਲ ਕਰ ਰਹੇ ਹਾਂ ਤੇ ਅੱਜ ਅਸੀਂ ਪਾਠ ਅਭਿਆਸ ਦਾ ਪ੍ਰਸ਼ਨ ਨੰਬਰ 6 ਪਾਠ ਵਿੱਚ ਆਏ ਜੀਵ ਜੰਤੂਆਂ ਦੁਆਰਾ ਕੀਤੇ ਗਏ ਕੰਮਾਂ ਦਾ ਉਹਨਾਂ ਨਾਲ ਮਿਲਾਨ ਕਰੋ ਹੱਲ ਕਰਾਂਗੇ। ਪੰਨਾ ਨੰਬਰ 20 ਤੇ ਤੁਹਾਡੇ ਇਹ ਪ੍ਰਸ਼ਨ ਦਰਜ ਹੈ। ਸੋ ਆਓ ਹੱਲ ਕਰਦੇ ਹਾਂ। ਮਿਲਾਨ ਕਰੋ। ਮਧੂਮੱਖੀਆਂ, ਕੁੱਤਾ, ਚਿੜੀਆਂ, ਕੀੜੀਆਂ, ਇਹ 4 ਜੀਵ ਜੰਤੂਆਂ ਕੋਲ ਦੀਪੂ ਛੁੱਟੀ ਲੈ ਕੇ ਖੇਡਣ ਲਈ ਗਿਆ ਸੀ ਤੇ ਆਪਾਂ ਦੇਖਦੇ ਹਾਂ ਇਹ ਜਿਹੜੇ ਚਾਰੋਂ ਜੀਵ ਜੰਤੂ ਨੇ ਕੀ ਕੀ ਕੰਮ ਕਰ ਰਹੇ ਸਨ। ਸੋ ਪਹਿਲਾਂ ਅਸੀਂ ਦੇਖਾਂਗੇ ਮਧੂਮੱਖੀ ਕੀ ਕੰਮ ਕਰ ਰਹੀ ਸੀ। ਦੇਖੋ ਪਹਿਲਾਂ ਸੋਚੋ ਬੱਚਿਓ। ਵੈਰੀ ਗੁੱਡ। ਮਧੂਮੱਖੀ ਸ਼ਹਿਦ ਬਣਾਉਣ ਵਿੱਚ ਵਿਅਸਤ ਸੀ। ਸ਼ਹਿਦ ਦੀ ਤਸਵੀਰ ਦੇਖੋ। ਵੈਰੀ ਗੁੱਡ। ਤੇ ਫਿਰ ਕੁੱਤਾ ਕੀ ਕਰ ਰਿਹਾ ਸੀ? ਕੁੱਤਾ
ਆਪਣੇ ਮਾਲਕ ਦੇ ਘਰ ਦੀ ਰਖਵਾਲੀ ਕਰ ਰਿਹਾ ਸੀ। ਆ ਦੇਖੋ ਤਸਵੀਰ ਵਿੱਚ ਬੈਠਾ, ਆਪਣੇ ਮਾਲਕ ਦੇ ਗੇਟ ਤੇ ਬੈਠਾ ਉਹ, ਤਾਂ ਕਿ ਕੋਈ ਅੰਦਰ ਨਾ ਆ ਸਕੇ। ਤੇ ਚਿੜੀਆਂ ਕੀ ਕਰ ਰਹੀਆਂ ਸੀ? ਚਿੜੀਆਂ ਆਪਣੇ ਰਹਿਣ ਲਈ ਆਲਣਾ ਬਣਾ ਰਹੀਆਂ ਸਨ, ਕਿਉਂਕਿ ਜਦੋਂ ਮੀਂਹ ਆਉਣਾ ਫਿਰ ਉਹਨਾਂ ਨੂੰ ਮੀਂਹ ਦੇ ਵਿੱਚ ਭਿੱਜਣਾ ਨਾ ਪਵੇ, ਇਸ ਲਈ ਉਹ ਆਲਣਾ ਬਣਾ ਰਹੀਆਂ ਸਨ। ਤੇ ਕੀੜੀਆਂ ਫਿਰ ਕੀ ਕਰ ਰਹੀਆਂ ਸੀਗੀਆਂ? ਜਦੋਂ ਦੀਪੂ ਕੀੜੀਆਂ ਕੋਲ ਗਿਆ ਤੇ ਉਹਨੇ ਕੀੜੀਆਂ ਨੂੰ ਕਿਹਾ ਵੀ ਕੀੜੀਓ ਮੇਰੇ ਨਾਲ ਖੇਡੋ ਤੁਸੀਂ, ਤਾਂ ਉਹਨਾਂ ਨੇ ਕਿਹਾ ਨਹੀਂ ਭਾਈ, ਅਸੀਂ ਤਾਂ ਆਪਣਾ ਭੋਜਨ ਇਕੱਠਾ ਕਰ ਰਹੀਆਂ ਹਾਂ। ਸੋ ਕੀੜੀਆਂ ਨੇ ਵੀ ਦੀਪੂ ਨਾਲ ਖੇਡਣ ਤੋਂ ਮਨਾ ਕਰ ਦਿੱਤਾ ਸੀ। ਸੋ ਅਗਲਾ ਪ੍ਰਸ਼ਨ ਹੁਣ ਅਸੀਂ 8ਵਾਂ ਪ੍ਰਸ਼ਨ ਹੱਲ ਕਰਾਂਗੇ। ਦੀਪੂ ਛੁੱਟੀ ਵਾਲੇ ਦਿਨ ਕਿਸ ਕਿਸ ਕੋਲ ਖੇਡਣ ਲਈ ਗਿਆ? ਇਹ ਵੀ ਪੰਨਾ ਨੰਬਰ 20 ਦੇ ਉੱਪਰ ਦਰਜ ਹੈ ਤੇ ਆਪਾਂ ਇਹ ਤਰਤੀਬ ਵਿੱਚ ਲਿਖਣਾ ਹੈ ਵੀ ਦੀਪੂ ਕਿਸ ਕਿਸ ਕੋਲ ਖੇਡਣ ਲਈ ਗਿਆ ਸੀ। ਸੋ 4 ਜਣੇ ਕੋਲ ਗਿਆ ਸੀ ਦੀਪੂ, ਕੁੱਤੇ ਕੋਲ ਵੀ ਗਿਆ ਸੀ, ਕੀੜੀਆਂ ਕੋਲ ਗਿਆ ਸੀ, ਮਧੂਮੱਖੀ ਕੋਲ ਗਿਆ ਸੀ ਤੇ ਉਹ ਚਿੜੀ ਕੋਲ ਵੀ ਗਿਆ ਸੀ। ਸੋ ਆਪਾਂ ਇਹ ਦੱਸਣਾ ਹੈ ਵੀ ਉਹ ਸਭ ਤੋਂ ਪਹਿਲਾਂ ਕਿਸ ਕੋਲ ਗਿਆ, ਉਸ ਤੋਂ ਬਾਅਦ ਕਿਸ ਕੋਲ ਗਿਆ, ਫਿਰ ਕਿਸ ਕੋਲ ਗਿਆ ਤੇ ਅੰਤ ਵਿੱਚ ਕਿਸ ਕੋਲ ਗਿਆ। ਚਲੋ ਫਿਰ ਦੇਖਦੇ ਹਾਂ ਤੇ ਇਸ ਨੂੰ ਹੱਲ ਕਰਦੇ ਹਾਂ। ਸੋਚੋ ਬੇਟਾ, ਪਹਿਲਾਂ ਕਿਹਦੇ ਕੋਲ ਗਿਆ ਸੀ ਉਹ? ਸਭ ਤੋਂ ਪਹਿਲਾਂ ਉਹ ਮਧੂਮੱਖੀ ਕੋਲ ਗਿਆ ਸੀ। ਵੈਰੀ ਗੁੱਡ। ਸਭ ਤੋਂ ਪਹਿਲਾਂ ਦੀਪੂ ਮਧੂਮੱਖੀਆਂ ਕੋਲ ਗਿਆ ਸੀ। ਉਸ ਤੋਂ ਬਾਅਦ ਕਿਸ ਕੋਲ ਗਿਆ ਸੀ? ਹਾਂਜੀ, ਉਸ ਤੋਂ ਬਾਅਦ ਕੁੱਤੇ ਕੋਲ ਗਿਆ ਸੀ, ਜਿਹੜਾ ਕਿ ਆਪਣੇ ਮਾਲਕ ਦੇ ਘਰ ਦੀ ਰਖਵਾਲੀ ਕਰ ਰਿਹਾ ਸੀ। ਫਿਰ ਕਿਸ ਕੋਲ ਗਿਆ ਸੀ ਜੀ? ਫਿਰ ਦੀਪੂ ਚਿੜੀ ਕੋਲ ਗਿਆ ਸੀ, ਜਿਹੜੀ ਕਿ ਆਪਣਾ ਆਲਣਾ ਬਣਾਉਣ ਵਿੱਚ ਵਿਅਸਤ ਸੀ। ਤੇ ਅੰਤ ਵਿੱਚ ਦੀਪੂ ਕਿਸ ਕੋਲ ਗਿਆ ਸੀ? ਅੰਤ ਵਿੱਚ ਦੀਪੂ ਕੀੜੀਆਂ ਕੋਲ ਗਿਆ ਸੀ। ਕੀ ਕਰ ਰਹੀਆਂ ਸਨ ਕੀੜੀਆਂ? ਕੀੜੀਆਂ ਆਪਣੇ ਲਈ ਭੋਜਨ ਇਕੱਠਾ ਕਰ ਰਹੀਆਂ ਸਨ, ਤਾਂ ਜੋ ਲੋੜ ਪੈਣ ਤੇ ਉਹ ਖਾ ਸਕਣ। ਸੋ ਬੱਚਿਓ, ਅੱਜ ਅਸੀਂ 2 ਪ੍ਰਸ਼ਨ ਹੱਲ ਕੀਤੇ ਹਨ, ਪ੍ਰਸ਼ਨ ਨੰਬਰ 6 ਤੇ ਪ੍ਰਸ਼ਨ ਨੰਬਰ 8। ਸੋ ਤੁਸੀਂ ਹੁਣ ਇਹਨਾਂ ਨੂੰ ਘਰ ਦੇ ਕੰਮ ਦੇ ਵਿੱਚ ਇਹਨਾਂ ਦੋਨਾਂ ਪ੍ਰਸ਼ਨਾਂ ਨੂੰ ਸਾਫ਼-ਸਾਫ਼ ਲਿਖਣਾ ਹੈ ਅਤੇ ਇਹਨਾਂ ਨੂੰ ਯਾਦ ਵੀ ਕਰਨਾ ਹੈ। ਧੰਨਵਾਦ। ਪਿਆਰੇ ਬੱਚਿਓ, ਅੱਜ ਆਪਾਂ ਵੱਖ-ਵੱਖ ਵਸਤੂਆਂ ਦੇ ਮੁੱਲ ਦੁਆਰਾ ਘਟਦੇ ਕ੍ਰਮ ਬਾਰੇ ਜਾਣਕਾਰੀ ਹਾਸਿਲ ਕਰਾਂਗੇ। ਪਿਆਰੇ ਬੱਚਿਓ, ਇੱਥੇ ਆਪਣੇ ਕੋਲ 5 ਵਸਤੂਆਂ ਪਈਆਂ ਹਨ। ਪਰਸ ਦੀ ਕੀਮਤ 306 ਰੁਪਏ, ਐਨਕ ਦੀ ਕੀਮਤ 422 ਰੁਪਏ, ਕਰੀਮ ਦੀ ਕੀਮਤ 86 ਰੁਪਏ, ਘੜੀ ਦੀ ਕੀਮਤ 673 ਰੁਪਏ ਅਤੇ ਸ਼ੀਸ਼ੀ ਦੀ ਕੀਮਤ 724 ਰੁਪਏ ਹੈ। ਆਓ ਕਰੰਸੀ ਨੋਟਾਂ ਦੀ ਮਦਦ ਨਾਲ ਇਹਨਾਂ ਦੀ ਕੀਮਤ ਦੇਖੀਏ। ਬੱਚਿਓ, ਕਰੰਸੀ ਨੋਟਾਂ ਨਾਲ ਕੀਮਤ ਦੇਖਣ ਲੱਗਿਆਂ ਹਮੇਸ਼ਾ ਆਪਾਂ 3 ਅੰਕੀ ਸੰਖਿਆ ਨੂੰ 100 ਤੋਂ ਗਿਣਨਾ ਸ਼ੁਰੂ ਕਰਦੇ ਹਾਂ, ਭਾਵ ਸੈਂਕੜੇ ਸਭ ਤੋਂ ਪਹਿਲਾਂ ਗਿਣਦੇ ਹਾਂ। ਪਿਆਰੇ ਬੱਚਿਓ, ਪਰਸ ਵਾਲੇ ਪਾਸੇ ਸਾਡੇ ਕੋਲ 100, 200, 300 ਰੁਪਏ ਭਾਵ 3 ਸੈਂਕੜੇ। ਦਹਾਈ ਦੇ ਸਥਾਨ ਤੇ ਕੋਈ ਵੀ ਕਰੰਸੀ ਨਹੀਂ, ਇਸ ਦਾ ਮਤਲਬ 0 ਦਹਾਈਆਂ ਅਤੇ 6 ਇਕਾਈਆਂ ਹਨ। ਐਨਕ ਵਾਲੇ ਪਾਸੇ ਸਾਡੇ ਕੋਲ 100, 200, 300, 400 ਰੁਪਏ ਭਾਵ 4 ਸੈਂਕੜੇ, 2 ਦਹਾਈਆਂ ਅਤੇ 2 ਇਕਾਈਆਂ ਹਨ। ਕਰੀਮ ਵਾਲੇ ਪਾਸੇ ਬੱਚਿਓ ਦੇਖੋ, ਸੈਂਕੜੇ ਦੇ ਸਥਾਨ ਤੇ ਕੋਈ ਵੀ ਕਰੰਸੀ ਨਹੀਂ ਹੈ, ਇਸ ਦਾ ਮਤਲਬ ਸੈਂਕੜੇ ਦੇ ਸਥਾਨ ਤੇ 0 ਹੈ ਅਤੇ ਸਾਡੇ ਕੋਲ ਇੱਥੇ 8 ਦਹਾਈਆਂ 6 ਇਕਾਈਆਂ ਹਨ। ਘੜੀ ਵਾਲੇ ਪਾਸੇ 100, 200, 300, 400, 500 ਅਤੇ 600 ਰੁਪਏ ਭਾਵ 6 ਸੈਂਕੜੇ, 7 ਦਹਾਈਆਂ ਅਤੇ 3 ਇਕਾਈਆਂ ਹਨ। ਸ਼ੀਸ਼ੀ ਵਾਲੇ ਪਾਸੇ ਸਾਡੇ ਕੋਲ 100, 200, 300, 400, 500, 600, 700 ਰੁਪਏ ਭਾਵ 7 ਸੈਂਕੜੇ, 2 ਦਹਾਈਆਂ, 4 ਇਕਾਈਆਂ ਹਨ। ਪਿਆਰੇ ਬੱਚਿਓ, ਹੁਣ ਆਪਾਂ ਦੇਖੀਏ ਕਿ ਇਹਨਾਂ ਵਸਤੂਆਂ ਵਿੱਚੋਂ ਕਿਸ ਵਸਤੂ ਦੀ ਕੀਮਤ ਸਭ ਤੋਂ ਘੱਟ ਹੈ। ਆਪਾਂ ਸਭ ਤੋਂ ਪਹਿਲਾਂ ਸੈਂਕੜੇ ਤੋਂ ਭਾਵ 100 ਦੇ ਨੋਟਾਂ ਤੋਂ ਸ਼ੁਰੂ ਕਰਾਂਗੇ।
ਦੇਖੋ ਬੱਚਿਓ, ਕਰੀਮ ਵਾਲੇ ਪਾਸੇ ਸੈਂਕੜੇ ਦੇ ਸਥਾਨ ਤੇ 100 ਦਾ ਕੋਈ ਵੀ ਨੋਟ ਨਹੀਂ ਪਿਆ। ਇਸ ਦਾ ਮਤਲਬ ਸੈਂਕੜੇ ਇੱਥੇ ਨਹੀਂ ਹਨ। ਸਾਡੇ ਕੋਲ ਕਰੀਮ ਦੀ ਕੀਮਤ 2 ਅੰਕਾਂ ਵਾਲੀ ਹੈ। 2 ਅੰਕਾਂ ਦੀ ਸੰਖਿਆ ਬੱਚਿਓ 3 ਅੰਕਾਂ ਦੀ ਸੰਖਿਆਵਾਂ ਨਾਲੋਂ ਹਮੇਸ਼ਾ ਛੋਟੀ ਹੁੰਦੀ ਹੈ। ਇਸ ਲਈ ਕਰੀਮ ਦੀ ਕੀਮਤ ਸਭ ਤੋਂ ਘੱਟ ਹੈ ਅਤੇ ਸਭ ਤੋਂ ਛੋਟੀ ਸੰਖਿਆ ਸਾਡੇ ਕੋਲ 86 ਹੈ। ਹੁਣ ਆਪਾਂ ਦੇਖੀਏ ਕਿ ਕਿਹੜੀ ਵਸਤੂ ਦੀ ਕੀਮਤ ਸਭ ਤੋਂ ਵੱਧ ਹੈ। ਇਹਦੇ ਲਈ ਆਪਾਂ 100 ਵਾਲੇ ਪਾਸੇ ਦੇਖਾਂਗੇ। ਸਾਡੇ ਕੋਲ ਕਿਸ ਪਾਸੇ 100 ਦੇ ਸਭ ਤੋਂ ਜ਼ਿਆਦਾ ਨੋਟ ਹਨ? ਵੈਰੀ ਗੁੱਡ। ਸ਼ੀਸ਼ੀ ਵਾਲੇ ਪਾਸੇ ਸਾਡੇ ਕੋਲ 7 ਸੈਂਕੜੇ ਭਾਵ 100 ਦੇ ਸਭ ਤੋਂ ਜ਼ਿਆਦਾ ਨੋਟ ਹਨ। ਇਸ ਲਈ ਸਾਡੇ ਕੋਲ ਸ਼ੀਸ਼ੇ ਦੀ ਕੀਮਤ ਸਭ ਤੋਂ ਵੱਧ ਹੈ ਅਤੇ 724 ਸਭ ਤੋਂ ਵੱਡੀ ਸੰਖਿਆ ਹੈ। ਬੱਚਿਓ, ਹੁਣ ਆਪਾਂ ਇਹਨਾਂ ਵਸਤੂਆਂ ਨੂੰ ਘਟਦੇ ਕ੍ਰਮ ਦੇ ਅਨੁਸਾਰ ਰੱਖਾਂਗੇ। ਘਟਦੇ ਕ੍ਰਮ ਦੇ ਵਿੱਚ ਸਭ ਤੋਂ ਪਹਿਲਾਂ ਸਭ ਤੋਂ ਵੱਡੀ ਸੰਖਿਆ ਆਉਂਦੀ ਹੈ। ਸਭ ਤੋਂ ਵੱਧ ਮੁੱਲ ਕਿਸ ਵਸਤੂ ਦਾ ਹੈ? ਸ਼ੀਸ਼ੀ ਦਾ। ਇਸ ਲਈ ਸ਼ੀਸ਼ੀ ਵਾਲੀ ਸੰਖਿਆ 724 ਪਹਿਲੇ ਸਥਾਨ ਤੇ ਆਵੇਗੀ। ਬੱਚਿਓ, ਹੁਣ ਦੇਖੋ ਇਹਨਾਂ ਚਾਰਾਂ ਵਸਤੂਆਂ ਵਿੱਚੋਂ ਕਿਹੜੇ ਪਾਸੇ 100 ਦੇ ਵੱਧ ਨੋਟ ਹਨ? ਘੜੀ ਵਾਲੇ ਪਾਸੇ। ਦੂਜੇ ਨੰਬਰ ਤੇ ਘੜੀ ਵਾਲੀ ਸੰਖਿਆ 673 ਆਵੇਗੀ। ਹੁਣ ਇਹਨਾਂ ਤਿੰਨਾਂ ਵਸਤੂਆਂ ਵੱਲ ਦੇਖੋ, ਕਿਸ ਪਾਸੇ ਆਪਣੇ ਕੋਲ 100 ਦੇ ਵੱਧ ਨੋਟ ਹਨ? ਐਨਕ ਵਾਲੇ ਪਾਸੇ। ਇਸ ਲਈ ਐਨਕ ਵਾਲੀ ਸੰਖਿਆ 422 ਤੀਜੇ ਨੰਬਰ ਤੇ ਆਵੇਗੀ। ਹੁਣ ਇਹਨਾਂ ਦੋਨਾਂ ਵੱਲ ਦੇਖੋ, ਇਸ ਪਾਸੇ 100 ਦੇ 3 ਨੋਟ ਪਏ ਹਨ, ਇਸ ਪਾਸੇ 100 ਦਾ ਇੱਕ ਵੀ ਨੋਟ ਨਹੀਂ। ਇਸ ਲਈ ਪਰਸ ਵਾਲੀ ਰਕਮ 306 ਚੌਥੇ ਨੰਬਰ ਤੇ ਆਵੇਗੀ। ਸਭ ਤੋਂ ਅਖੀਰ ਵਿੱਚ ਸਾਡੇ ਕੋਲ ਕਰੀਮ ਵਾਲੀ 86 ਅੰਤ ਵਿੱਚ ਆਵੇਗੀ। ਸਭ ਤੋਂ ਪਹਿਲਾਂ ਵੱਡੀ ਸੰਖਿਆ, ਫਿਰ ਛੋਟੀ ਆਵੇ। ਇਹੀ ਕਰਮ ਬੱਚਿਓ ਘਟਦਾ ਕਰਮ ਅਖਵਾਵੇ। ਆਪਣੀਆਂ ਕਾਪੀਆਂ ਵਿੱਚ ਸਵਾਲ ਨੰਬਰ 2 ਤੁਸੀਂ ਇਸ ਪ੍ਰਕਾਰ ਹੱਲ ਕਰਨਾ ਹੈ। ਬੱਚਿਓ, ਘਰ ਦੇ ਕੰਮ ਵਿੱਚ ਤੁਸੀਂ ਪੰਨਾ ਨੰਬਰ 30 ਦਾ ਦੂਸਰਾ ਅਤੇ ਚੌਥਾ ਸਵਾਲ ਘਟਦੇ ਕ੍ਰਮ ਵਿੱਚ ਲਿਖੋ ਕਰਨਾ ਹੈ। Hello kids, we are doing a lesson, a visit to a park. ਅਸੀਂ ਪਹਿਲਾਂ ਰੀਡ ਕਰ ਲਿਆ ਹੈ। Bittu and his friends reached the park. Let's move on. They all are very happy. Let's see what are the names of Bittu's friends. Here is Veena. Okay, she is Veena. Here is Preet. Yes, Veena, Preet. And his name is Vicky. Here is Vicky. Sumit. And he is Sumit. Now we will see what are they doing in the park. Preet is riding his new bicycle. Yes, Preet is riding his new bicycle. Vicky and Veena are flying a kite. Yes, what are they doing? Flying a kite. Sumit and Bittu are enjoying slides. What are they doing? Enjoying slides. Now let us learn to read this talk. First sentence, they are very happy. Yes, who are happy? Bittu and his friends are very happy. So here they is used for Bittu and his friends. Okay?
Second sentence. Pr, E. E has a long sound. That's why double E. Preet. Preet is writing. Write. R-I-D-E. Ite. Write plus ing. Ing. Writing. Okay. Writing. Writing. Preet is riding his new, N-E-W, new bicycle. Here is bicycle. So second sentence is Preet is riding his new bicycle. Next one. Sumit. Sumit and Bittu are enjoying, yes, enjoy, joy, enjoy, ing, ing, enjoying, okay, yes, are enjoying, slur, ide, ide, slide, slides, yes, here is slide. So it is Sumit and Bittu are enjoying slides. Today's last sentence. We. We. Here is we. Okay? Double E. Sound is E. We. Vicky. Vicky. Veena. Okay? Vicky and Veena are flying a kite, means one kite. Okay, so it is Vicky and Veena are flying a kite. Now we will read all these sentences collectively. Repeat after me. They are very happy. Second one. Preet is riding his new bicycle. Next. Sumit and Bittu are enjoying slides. Vicky and Veena are flying a kite. It's time for homework. First, they are very happy. Here, they is used for Bittu. They, Bittu and his friends. You have to choose one option. Second, Preet is riding his car, bicycle, motorcycle. You have to choose here one option. Write the names of the children we have read about. Write their names here. Okay? Bye-bye. Take care. ਬੱਚਿਓ, ਅੱਜ ਆਪਾਂ ਪਾਠ 4 ਆਓ ਖੇਡੀਏ ਵਿੱਚ ਕੁਝ ਖੇਡਾਂ ਬਾਰੇ ਗੱਲਾਂ ਕਰਾਂਗੇ ਅਤੇ ਖੇਡਾਂ ਦੇ ਮਹੱਤਵ ਬਾਰੇ ਜਾਣਾਂਗੇ। ਆਓ ਕੁਝ ਤਸਵੀਰਾਂ ਦੇਖਦੇ ਹਾਂ ਜੋ ਤੁਹਾਡੀ ਕਿਤਾਬ ਦੇ ਪੰਨਾ ਨੰਬਰ 18 ਅਤੇ 19 ਉੱਪਰ ਦਿੱਤੀਆਂ ਹੋਈਆਂ ਹਨ ਤੇ ਦੇਖਦੇ ਹਾਂ ਕਿ ਇਹ ਬੱਚੇ ਕਿਹੜੀ ਖੇਡ ਖੇਡ ਰਹੇ ਹਨ। ਹਾਂਜੀ, ਤਸਵੀਰ ਨੰਬਰ 1 ਹੈ ਬੱਚਿਓ, ਇਸ ਵਿੱਚ ਲੜਕੀਆਂ ਦੁਆਰਾ ਕਿੱਕਲੀ ਪਾਈ ਜਾ ਰਹੀ ਹੈ। ਤਸਵੀਰ ਨੰਬਰ 2, ਇਸ ਵਿੱਚ ਲੜਕੇ ਗੁੱਲੀ ਡੰਡਾ ਖੇਡ ਰਹੇ ਹਨ। ਤਸਵੀਰ ਨੰਬਰ 3, ਇਸ ਵਿੱਚ ਬੱਚੇ ਭੰਡਾ ਭੰਡਾਰੀਆ ਦੀ ਖੇਡ ਖੇਡ ਰਹੇ ਹਨ। ਤਸਵੀਰ ਨੰਬਰ 4, ਇਸ ਵਿੱਚ ਲੜਕੀਆਂ ਦੁਆਰਾ ਕੋਟਲਾ ਛਪਾਕੀ ਦੀ ਖੇਡ ਖੇਡੀ ਜਾ ਰਹੀ ਹੈ। ਤਸਵੀਰ ਨੰਬਰ 5, ਇਸ ਵਿੱਚ ਲੜਕੀਆਂ ਗੀਟੇ ਖੇਡ ਰਹੀਆਂ ਹਨ। ਤਸਵੀਰ ਨੰਬਰ 6, ਇਸ ਵਿੱਚ ਬੱਚੇ ਕੈਰਮ ਬੋਰਡ ਖੇਡ ਰਹੇ ਹਨ। ਤਸਵੀਰ ਨੰਬਰ 7, ਇਸ ਵਿੱਚ ਬੱਚਿਆਂ ਦੁਆਰਾ ਪਿੱਠੂ ਖੇਡਿਆ ਜਾ ਰਿਹਾ ਹੈ। ਤੇ ਤਸਵੀਰ ਨੰਬਰ 8 ਹੈ ਬੱਚੇ, ਇਸ ਵਿੱਚ ਬੱਚੇ ਟਾਇਰਾਂ ਦੀ ਦੌੜ ਲਗਾ ਰਹੇ ਹਨ। ਹੁਣ ਆਪਾਂ ਕਰਾਂਗੇ ਖੇਡਾਂ ਦਾ ਮਹੱਤਵ।
ਖੇਡਾਂ ਦਾ ਬੱਚਿਓ ਸਾਡੀ ਜ਼ਿੰਦਗੀ ਵਿੱਚ ਬਹੁਤ ਮਹੱਤਵ ਹੈ। ਕਹਿੰਦੇ ਹਨ ਇੱਕ ਤੰਦਰੁਸਤ ਸਰੀਰ ਵਿੱਚ ਹੀ ਤੰਦਰੁਸਤ ਦਿਮਾਗ ਰਹਿੰਦਾ ਹੈ। ਇਹ ਗੱਲ ਬਿਲਕੁਲ ਸਹੀ ਹੈ। ਜੇ ਅਸੀਂ ਸਰੀਰਕ ਤੌਰ ਤੇ ਤੰਦਰੁਸਤ ਹੋਵਾਂਗੇ ਤਾਂ ਸਾਡਾ ਦਿਮਾਗ ਵੀ ਵਧੀਆ ਤਰੀਕੇ ਨਾਲ ਕੰਮ ਕਰੇਗਾ। ਖੇਡਾਂ ਤੋਂ ਅਸੀਂ ਹੋਰ ਵੀ ਬਹੁਤ ਸਾਰੇ ਚੰਗੇ ਗੁਣ ਸਿੱਖਦੇ ਹਾਂ, ਜਿਵੇਂ ਕਿ ਸਰੀਰਕ ਵਿਕਾਸ। ਜਦੋਂ ਅਸੀਂ ਖੇਡਾਂ ਖੇਡਦੇ ਹਾਂ ਬੇਟਾ ਤਾਂ ਦੌੜਦੇ ਹਾਂ, ਭੱਜਦੇ ਹਾਂ, ਕਸਰਤ ਕਰਦੇ ਹਾਂ ਤਾਂ ਉਸ ਦੇ ਨਾਲ ਸਾਡਾ ਸਰੀਰਕ ਵਿਕਾਸ ਹੁੰਦਾ ਹੈ। ਅੱਗੇ ਬੇਟੇ ਮਾਨਸਿਕ ਵਿਕਾਸ। ਕਈ ਖੇਡਾਂ ਹਨ ਬੇਟਾ ਜਿਵੇਂ ਸ਼ਤਰੰਜ ਹੈ, ਚੈਸ ਹੈ, ਉਹਦੇ ਵਿੱਚ ਦਿਮਾਗੀ ਤਾਕਤ ਜ਼ਿਆਦਾ ਲੱਗਦੀ ਹੈ ਤਾਂ ਇਸ ਤਰ੍ਹਾਂ ਸਾਡਾ ਮਾਨਸਿਕ ਵਿਕਾਸ ਖੇਡਾਂ ਦੁਆਰਾ ਹੁੰਦਾ ਹੈ। ਅੱਗੇ ਹੈ ਮਨੋਰੰਜਨ ਦਾ ਸਾਧਨ। ਹਾਂਜੀ ਬੇਟੇ, ਖੇਡਾਂ ਦੇ ਮੁਕਾਬਲੇ ਹੁੰਦੇ ਹੈ, ਘੋਲ ਹੁੰਦੇ ਹੈ, ਕੁਸ਼ਤੀਆਂ ਹੁੰਦੀਆਂ, ਕਬੱਡੀ ਹੈ ਤਾਂ ਬੜੇ ਲੋਕ ਆਉਂਦੇ ਨੇ, ਉਹਨਾਂ ਦਾ ਆਨੰਦ ਲੈਂਦੇ ਨੇ। ਇਸ ਤਰ੍ਹਾਂ ਜਿਹੜੀਆਂ ਖੇਡਾਂ ਨੇ ਇਹ ਮਨੋਰੰਜਨ ਦਾ ਸਾਧਨ ਵੀ ਹਨ। ਹਾਂਜੀ, ਅੱਗੇ ਆ ਬੱਚਿਓ ਇਕਜੁੱਟਤਾ ਅਤੇ ਸਹਿਯੋਗ ਦੀ ਭਾਵਨਾ। ਕਈ ਖੇਡਾਂ ਬੇਟੇ ਇਹੋ ਜਿਹੀਆਂ ਹੁੰਦੀਆਂ ਜਿਹੜੀ ਟੀਮ ਵਿੱਚ ਖੇਡੀਆਂ ਜਾਂਦੀਆਂ, ਜਿਵੇਂ ਕਬੱਡੀ ਹੈ, ਖੋ-ਖੋ ਹੈ। ਤਾਂ ਇਸ ਤਰ੍ਹਾਂ ਦੀਆਂ ਖੇਡਾਂ ਦੇ ਵਿੱਚ ਸਾਡੇ ਵਿੱਚ ਇਕਜੁੱਟਤਾ ਅਤੇ ਸਹਿਯੋਗ ਦੀ ਭਾਵਨਾ ਦਾ ਵਿਕਾਸ ਹੁੰਦਾ ਹੈ। ਅੱਗੇ ਨੰਬਰ 5 ਹੈ ਬੇਟੇ ਅਨੁਸ਼ਾਸਨ। ਖੇਡਾਂ ਦੇ ਕੁਝ ਨਿਯਮ ਹੁੰਦੇ ਹਨ ਅਤੇ ਉਹਨਾਂ ਨਿਯਮਾਂ ਅਨੁਸਾਰ ਹੀ ਖੇਡਾਂ ਖੇਡੀਆਂ ਜਾਂਦੀਆਂ ਹਨ। ਇਸ ਤਰ੍ਹਾਂ ਸਾਡੇ ਵਿੱਚ ਅਨੁਸ਼ਾਸਨ ਦੀ ਭਾਵਨਾ ਦਾ ਵਿਕਾਸ ਹੁੰਦਾ ਹੈ। ਹਾਂਜੀ ਬੇਟੇ, ਹੁਣ ਤੁਹਾਡੇ ਘਰ ਦੇ ਕੰਮ ਦੀ ਵਾਰੀ ਹੈ। ਇਹ ਜੋ ਹੈ ਕਿਰਿਆ ਨੰਬਰ 2 ਤੁਹਾਡੀ ਕਿਤਾਬ ਦੇ ਪੰਨਾ ਨੰਬਰ 20 ਉੱਪਰ ਹੈ ਤੇ ਇਸ ਵਿੱਚ ਤੁਸੀਂ ਕੀ ਕਰਨਾ ਹੈ, ਆਪਣੀ ਕਾਪੀ ਦੇ ਵਿੱਚ ਆਪਣੀ ਮਨਪਸੰਦ ਖੇਡ ਬਾਰੇ ਲਿਖਣਾ ਹੈ। ਅੱਗੇ ਹੈ ਬੇਟਾ ਕਿਰਿਆ ਨੰਬਰ 3 ਜੋ ਕਿ ਤੁਹਾਡੀ ਕਿਤਾਬ ਦੇ ਪੰਨਾ ਨੰਬਰ 21 ਉੱਪਰ ਦਿੱਤੀ ਹੋਈ ਹੈ। ਇਹਦੇ ਵਿੱਚ ਤੁਸੀਂ ਆਪਣੇ ਘਰ ਵਿੱਚ ਵੱਡਿਆਂ ਕੋਲੋਂ ਪੁੱਛ ਕੇ ਲਿਖੋ ਕਿ ਉਹ ਬਚਪਨ ਵਿੱਚ ਕਿਹੜੀਆਂ-ਕਿਹੜੀਆਂ ਖੇਡਾਂ ਖੇਡਦੇ ਸਨ। ਇਹਦਾ ਤੁਸੀਂ ਇਸ ਤਰ੍ਹਾਂ ਚਾਰਟ ਬਣਾ ਲੈਣਾ ਹੈ। ਇੱਕ ਪਾਸੇ ਪਰਿਵਾਰ ਦਾ ਮੈਂਬਰ, ਦੂਜੇ ਪਾਸੇ ਖੇਡਾਂ ਦਾ ਨਾਂ। ਫਿਰ ਤੁਸੀਂ ਪਰਿਵਾਰ ਦਾ ਮੈਂਬਰ ਲਿਖ ਲਓ। ਜਿਵੇਂ ਮੈਂ ਇੱਕ ਐਗਜ਼ਾਮਪਲ ਤੁਹਾਨੂੰ ਦਿੱਤੀ ਹੋਈ ਹੈ, ਭੂਆ, ਤਾਂ ਉਹ ਕਿਹੜੀ ਖੇਡ ਖੇਡਦੇ ਸੀ? ਗੀਟੇ, ਲੁਕਣ ਮੀਟੀ, ਪਿੱਠੂ। ਇਸੇ ਤਰ੍ਹਾਂ ਹੀ ਤੁਸੀਂ ਸਾਰੇ ਪਰਿਵਾਰ ਦੇ ਮੈਂਬਰਾਂ ਤੋਂ ਪੁੱਛਣਾ ਤੇ ਉਹਨਾਂ ਦੇ ਸਾਹਮਣੇ ਜੋ ਖੇਡ ਉਹ ਖੇਡਦੇ ਸੀ ਉਸ ਖੇਡ ਦਾ ਨਾਮ ਲਿਖਣਾ। प्यारे बच्चों, जमात चौथी, विषा पंजाबी, पाठ चौथा, कविता हाथी। प्यारे बच्चों, ये कविता शिवनाथ जी की लिखी हुई कविता है ते सारे बच्चों की ये हरमन प्यारी कविता है। ते तुसी बच्चों इस कविता नू पढ़ लिया है ते मैनू पूरी उम्मीद है कि मेरे सारे खंड दे खेडनियां ने इस कविता नू याद भी कर लिया होना है ते इसदा लिखण अभ्यास भी कर लिया होना है। पर बच्चों मैनू किवें पता लगे कि तुहानू ये कविता याद हो गई? तो चलो मैं ये जानने लई तुहाडी एक परख करदी हां। बहुत सुखाला जिहा काम करांगे आपां। मैं तुहानू 2 काव्य सतरां दसांगी, तुसी मैनू अगलियां 2 काव्य सतरां दस देणियां हन। तो चलो अधूरियां काव्य सतरां पूरियां करो। हाँ जी, 2 काव्य सतरां मैं बोल रही हाँ तुहाडी स्क्रीन ते। साडे पिंड विच हाथी आया तुरदा लगे पहाड़। लो बई सारे बच्चे मुस्कुराउण लग गए ते सबनू इसदा जवाब आउंदा है, क्योंकि सबनू पता है कि अगे की आना है। वेख के उसनू कुत्ते भौंके, खुले बंद किबाड़। शाबाश। हाँ जी बच्चों, अगलियां सतरां। छज्जा वर्गे कन्न सी ओदे, चक्की पुड़ जहे पैर। अगे तुसी दसो जी। बिल्कुल ठीक। जो भी ओना हेठ आ गया नहीं रता भी खैर। हाँ जी बच्चों, अगलियां काव्य सतरां ने मुंह चों निकले दंद जिवें 2 लिशकदियां तलवारां। हाँ जी, अगे की आवेगा जी? बिल्कुल ठीक।
ਅੱਖਾਂ 'ਚੋਂ ਸ਼ਰਮਾਕਲ ਜਾਪੇ ਜਦ ਮੈਂ ਚਾਤੀ ਮਾਰਾਂ। ਹਾਂਜੀ, ਅਗਲੀਆਂ ਕਾਵਿ ਸਤਰਾਂ ਬੁੱਝੋ ਜੀ। 2 ਕਾਵਿ ਸਤਰਾਂ ਮੈਂ ਦੱਸਦੀ ਹਾਂ। ਲੰਮ ਸਲੰਮੀ ਸੁੰਡ ਸੀ ਉਹਦੀ, ਹੋਵੇ ਜਿਵੇਂ ਸਰਾਲ। ਹਾਂਜੀ, ਅੱਗੇ ਬੁੱਝੋ ਬਈ। ਸ਼ਾਬਾਸ਼, ਇੱਕੋ ਬਾਤ ਥੱਬਾ ਚਾਰਾ ਪੁੱਟ ਲਵੇ ਉਸ ਨਾਲ। ਹਾਂਜੀ ਬੱਚਿਓ, ਲੱਗਦਾ ਹੈ ਸਾਰਿਆਂ ਨੂੰ ਕਵਿਤਾ ਯਾਦ ਹੈ ਬਈ। ਮੇਰੇ ਸਾਰੇ ਬੱਚੇ ਬਹੁਤ ਹੁਸ਼ਿਆਰ ਹੋ ਗਏ ਨੇ। ਹਾਂਜੀ, ਅਗਲੀਆਂ ਕਾਵਿ ਸਤਰਾਂ। ਪਰ ਸੁੰਡ ਪੁਹਾਰੇ ਛੱਡੇ, ਜਦੋਂ ਨਹਿਰ ਵਿੱਚ ਨਾਵੇ। ਦੱਸੋ ਬਈ ਉੱਤਰ। ਸ਼ਾਬਾਸ਼, ਇਉਂ ਲੱਗਦਾ ਸੀ ਨਾ ਕਿ ਉਸਨੂੰ ਮਜ਼ਾ ਬੜਾ ਹੀ ਆਵੇ। ਬਿਲਕੁਲ ਠੀਕ। ਤਾਂ ਪਿਆਰੇ ਬੱਚਿਓ, ਹੁਣ ਅਸੀਂ ਅਧੂਰੀਆਂ ਕਾਵਿ ਸਤਰਾਂ ਪੂਰੀਆਂ ਕਰ ਲਈਆਂ ਹਨ। ਤਾਂ ਚਲੋ ਫੇਰ ਤੁਹਾਨੂੰ ਅੱਜ ਦਾ ਘਰ ਦਾ ਕੰਮ ਦੱਸਦੇ ਹਾਂ। ਆਪਣੀ ਕਾਪੀ ਪੈਨ ਚੁੱਕੋ ਤੇ ਨੋਟ ਕਰੋ। ਬੱਚਿਓ, ਮੈਂ ਤੁਹਾਨੂੰ ਇੱਕ ਕਾਵਿ ਸਤਰ ਦੱਸਾਂਗੀ ਤੇ ਤੁਸੀਂ ਅਗਲੀ ਕਾਵਿ ਸਤਰ ਆਪਣੇ ਆਪ ਸੋਹਣੀ ਸੋਹਣੀ ਕਰਕੇ ਲਿਖ ਲੈਣੀ ਹੈ। ਤਾਂ ਨੋਟ ਕਰੋ ਬੱਚਿਓ। ਪਹਿਲੀ ਕਾਵਿ ਸਤਰ, ਊੜਾ। ਪੇਟ ਭਰਨ ਲਈ ਟੱਪ ਗਿਆ ਉਹ। ਹਾਂਜੀ, ਲਿਖੋ ਬੱਚਿਓ। ਪੇਟ ਭਰਨ ਲਈ ਟੱਪ ਗਿਆ ਉਹ। ਅਗਲੀ ਸਤਰ ਤੁਸੀਂ ਆਪ ਲਿਖਣੀ ਹੈ ਜੀ। ਆੜਾ, ਤੁਰਦਾ ਬੇਪਰਵਾਹਾਂ ਵਾਂਗੂ। ਹਾਂਜੀ, ਤੁਰਦਾ ਬੇਪਰਵਾਹਾਂ ਵਾਂਗੂ। ਹਾਂਜੀ, ਈੜੀ, ਕੁਝ ਨੂੰ ਤਾਂ ਉਹ ਨਿਗਲ ਗਿਆ ਸੀ। ਹਾਂਜੀ, ਕੁਝ ਨੂੰ ਤਾਂ ਉਹ ਨਿਗਲ ਗਿਆ ਸੀ। ਹਾਂਜੀ, ਸੱਸਾ, ਨੋਟ ਕਰੋ ਬੱਚਿਓ। ਪਲ ਵਿੱਚ ਉਸਨੂੰ ਭੁੱਲ ਗਿਆ ਸੀ। ਪਲ ਵਿੱਚ ਉਸਨੂੰ ਭੁੱਲ ਗਿਆ ਸੀ। ਹਾਂਜੀ, ਇਹ ਚਾਰੇ ਸਤਰਾਂ ਤੁਸੀਂ ਨੋਟ ਕਰ ਲਈਆਂ ਹਨ। ਹੁਣ ਤੁਸੀਂ ਇਹਨਾਂ ਦਾ ਸੋਹਣੇ ਸੋਹਣੇ ਅੱਖਰਾਂ ਦੇ ਵਿੱਚ ਜਵਾਬ ਦੇ ਦੇਣਾ ਹੈ। ਅਗਲੀ ਸਤਰ ਨੂੰ ਲਿਖ ਲੈਣਾ ਹੈ। ਤੇ ਪਿਆਰੇ ਬੱਚਿਓ, ਜਦੋਂ ਤੁਸੀਂ ਆਪਣਾ ਇਹ ਘਰ ਦਾ ਕੰਮ ਕਰ ਲਿਆ, ਜੇਕਰ ਸੰਭਵ ਹੋਵੇ ਤਾਂ ਆਪਣੇ ਅਧਿਆਪਕਾਂ ਤੱਕ ਭੇਜਦਾ ਕਰ ਦਿਓ। ਨਹੀਂ ਫਿਰ ਤੁਹਾਡੇ ਵੱਡੇ ਭੈਣ ਭਰਾ, ਤੁਹਾਡੇ ਮੰਮੀ ਪਾਪਾ ਵੀ ਤੁਹਾਡੇ ਇਸ ਕੰਮ ਦਾ ਨਿਰੀਖਣ ਕਰ ਸਕਦੇ ਨੇ ਬੱਚਿਓ। ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ। ਅੱਜ ਆਪਾਂ ਨਿਕਟੀਕਰਨ ਕਰਾਂਗੇ। ਕੱਲ ਆਪਾਂ ਨੇੜਲੀ ਦਹਾਈ ਵਿੱਚ ਨਿਕਟੀਕਰਨ ਕਰਨਾ ਸਿੱਖਿਆ ਸੀ। ਅੱਜ ਆਪਾਂ ਨੇੜਲੇ ਸੈਂਕੜੇ ਵਿੱਚ ਨਿਕਟੀਕਰਨ ਕਰਨਾ ਸਿੱਖਾਂਗੇ। ਪਿਆਰੇ ਬੱਚਿਓ, ਹੁਣ ਆਪਾਂ ਕਰਾਂਗੇ ਨੇੜਲੇ ਸੈਂਕੜੇ ਵਿੱਚ ਨਿਕਟੀਕਰਨ। ਸੰਖਿਆ ਹੈ ਸਾਡੇ ਕੋਲ 249। ਦੇਖੋ ਬੱਚਿਓ, ਜਦੋਂ ਆਪਾਂ ਨੇੜਲੇ ਸੈਂਕੜੇ ਵਿੱਚ ਨਿਕਟੀਕਰਨ ਕਰਦੇ ਹਾਂ ਤਾਂ ਅਸੀਂ ਦਹਾਈ ਦੇ ਸਥਾਨ ਦੇ ਅੰਕ ਨੂੰ ਦੇਖਦੇ ਹਾਂ। ਜੇਕਰ ਦਹਾਈ ਸਥਾਨ ਦੇ ਅੰਕ ਤੇ 4, 3, 2, 1 ਆਉਂਦਾ ਹੈ ਤਾਂ ਸੈਂਕੜੇ ਸਥਾਨ ਦੇ ਅੰਕ 'ਚ ਕੋਈ ਵੀ ਬਦਲਾਵ ਨਹੀਂ ਹੁੰਦਾ। ਤੇ ਜੇਕਰ ਦਹਾਈ ਦੇ ਸਥਾਨ ਤੇ 5, 6, 7, 8, 9 ਅੰਕ ਆਉਂਦਾ ਹੈ ਤਾਂ ਸੈਂਕੜੇ ਸਥਾਨ ਦੇ ਅੰਕ 'ਚ 1 ਵੱਧ ਜਾਏਗਾ। ਸੰਖਿਆ ਸਾਡੀ ਹੈ 249। ਤਾਂ ਦੇਖੋ ਬੱਚਿਓ, ਸਾਡੇ ਕੋਲ ਦਹਾਈ ਦੇ ਸਥਾਨ ਤੇ ਹੈ 4, ਜੋ ਕਿ ਇਸ ਜਗ੍ਹਾ ਤੇ ਹੈ। ਤੇ ਨਾਲ ਹੀ ਬੱਚਿਓ, ਅਸੀਂ ਇਕਾਈ ਦੇ ਸਥਾਨ ਤੇ ਦਹਾਈ ਦੇ ਸਥਾਨ ਤੇ 0 ਰੱਖਾਂਗੇ। ਦੇਖੋ ਬੱਚਿਓ, 4 ਹੈ ਦਹਾਈ ਦੇ ਸਥਾਨ ਤੇ, ਇਸ ਕਰਕੇ ਸੈਂਕੜੇ ਸਥਾਨ ਦੇ ਅੰਕ 'ਚ ਕੋਈ ਵੀ ਬਦਲਾਵ ਨਹੀਂ ਹੋਏਗਾ। 2 ਹੈ ਸਾਡੇ ਕੋਲ ਸੈਂਕੜੇ ਦੇ ਸਥਾਨ ਤੇ ਅੰਕ, 2 ਉਸੇ ਤਰ੍ਹਾਂ ਹੀ ਆਏਗਾ। ਇਸੇ ਤਰ੍ਹਾਂ ਸਾਡਾ ਉੱਤਰ 200 ਆਉਂਦਾ ਹੈ। 249 ਨੂੰ ਜਦੋਂ ਅਸੀਂ ਨੇੜਲੇ ਸੈਂਕੜੇ ਵਿੱਚ ਨਿਕਟੀਕਰਨ ਕਰਦੇ ਹਾਂ ਤਾਂ ਉੱਤਰ 200। ਪਿਆਰੇ ਬੱਚਿਓ, ਇਸ ਨੂੰ ਇੱਕ ਅਸੀਂ ਆਸਾਨ ਤਰੀਕੇ ਨਾਲ ਤੁਕਬੰਦੀ ਕਰਕੇ ਯਾਦ ਕਰ ਸਕਦੇ ਹਾਂ। ਜੇਕਰ ਨਿਕਟੀਕਰਨ ਸੈਂਕੜਾ ਕਰਨਾ, ਪਿੱਛੇ 2 ਸਿਫਰ ਲਗਾਓ। 5 ਤੋਂ 9 ਦਹਾਈ ਦੇ ਲਈ ਸੈਂਕੜੇ ਦੇ ਵਿੱਚ 1 ਵਧਾਓ। ਦੇਖੋ ਬੱਚਿਓ, ਇੱਥੇ ਕੀ ਹੈ 4, ਇੱਥੇ ਕੋਈ ਵੀ ਬਦਲਾਵ ਸੈਂਕੜੇ ਦੇ ਸਥਾਨ ਤੇ ਨਹੀਂ ਹੋਏਗਾ, ਇਸ ਲਈ ਸਾਡਾ ਉੱਤਰ ਆਏਗਾ 200। ਪਿਆਰੇ ਬੱਚਿਓ, ਦੇਖੋ ਸਾਡੇ ਕੋਲ ਇੱਕ ਹੋਰ ਸੰਖਿਆ ਹੈ 399, ਜਿਸ ਨੂੰ ਅਸੀਂ ਨੇੜਲੇ ਸੈਂਕੜੇ ਵਿੱਚ ਨਿਕਟੀਕਰਨ ਕਰਾਂਗੇ। ਉਸੇ ਤਰ੍ਹਾਂ ਜਿਵੇਂ ਅਸੀਂ ਪਹਿਲਾ ਸਵਾਲ ਕੀਤਾ ਸੀ, ਜਦੋਂ ਅਸੀਂ ਨੇੜਲੇ ਸੈਂਕੜੇ ਵਿੱਚ ਨਿਕਟੀਕਰਨ ਕਰਨਾ ਹੈ ਤਾਂ ਅਸੀਂ ਦਹਾਈ ਸਥਾਨ ਦੇ ਅੰਕ ਨੂੰ ਦੇਖਦੇ ਹਾਂ। ਜੇਕਰ ਦਹਾਈ ਸਥਾਨ ਦੇ ਅੰਕ ਤੇ 4, 3, 2, 1 ਆਉਂਦਾ ਹੈ ਤਾਂ ਸੈਂਕੜੇ ਸਥਾਨ ਦੇ ਅੰਕ 'ਚ ਕੋਈ ਵੀ ਬਦਲਾਵ ਨਹੀਂ ਆਉਂਦਾ। ਤੇ ਜੇਕਰ ਦਹਾਈ ਦੇ ਸਥਾਨ ਦੇ ਅੰਕ ਤੇ 5, 6, 7, 8, 9 ਆਉਂਦਾ ਹੈ ਤਾਂ ਸੈਂਕੜੇ ਸਥਾਨ ਦੇ ਅੰਕ 'ਚ 1 ਵੱਧ ਜਾਏਗਾ।
ਸੰਖਿਆ ਹੈ ਸਾਡੇ ਕੋਲ 399, ਤਾਂ ਇਹਦੇ ਵਿੱਚ ਦੇਖੋ ਸਾਡੇ ਕੋਲ ਦਹਾਈ ਦੇ ਸਥਾਨ ਤੇ ਅੰਕ ਹੈ 8, ਤਾਂ ਇਹ ਇਸ ਜਗ੍ਹਾ ਤੇ ਹੈ। ਦੇਖੋ ਬੱਚਿਓ, ਜਦੋਂ ਅਸੀਂ ਦਹਾਈ ਦੇ ਸਥਾਨ ਦੇ ਅੰਕ ਨੂੰ ਦੇਖਦੇ ਹਾਂ ਤਾਂ ਇਕਾਈ ਤੇ ਦਹਾਈ ਦੇ ਸਥਾਨ ਤੇ 2 0 ਆਉਣਗੀਆਂ। ਤਾਂ ਦੇਖੋ ਸਾਡੇ ਕੋਲ ਇੱਥੇ ਦਹਾਈ ਦੇ ਸਥਾਨ ਤੇ ਅੰਕ ਹੈ 8। ਜਦੋਂ 8 ਹੁੰਦਾ ਹੈ ਤਾਂ ਸੈਂਕੜੇ ਸਥਾਨ ਦੇ ਅੰਕ 'ਚ 1 ਵੱਧ ਜਾਏਗਾ। ਸਾਡੇ ਕੋਲ ਇੱਥੇ 3 ਹੈ ਤਾਂ 1 ਵੱਧ ਜਾਣ ਤੇ ਆ ਜਾਏਗਾ 4। ਤਾਂ ਦੇਖੋ ਬੱਚਿਓ, ਜਦੋਂ ਅਸੀਂ ਸੰਖਿਆ 399 ਨੂੰ ਨੇੜਲੇ ਸੈਂਕੜੇ ਵਿੱਚ ਨਿਕਟੀਕਰਨ ਕਰਦੇ ਹਾਂ ਤਾਂ ਸਾਡਾ ਉੱਤਰ ਆਉਂਦਾ ਹੈ 400। ਬੱਚਿਓ, ਇਸ ਨੂੰ ਅਸੀਂ ਆਸਾਨ ਤਰੀਕੇ ਨਾਲ ਕਰ ਸਕਦੇ ਹਾਂ। ਅਸੀਂ ਤੁਕਬੰਦੀ ਨਾਲ ਕਰਾਂਗੇ। ਜੇਕਰ ਨਿਕਟੀਕਰਨ ਸੈਂਕੜਾ ਕਰਨਾ, ਪਿੱਛੇ 2 ਸਿਫਰ ਲਗਾਓ, 5 ਤੋਂ 9 ਦਹਾਈ ਦੇ ਲਈ ਸੈਂਕੜੇ ਦੇ ਵਿੱਚ 1 ਵਧਾਓ, ਤਾਂ ਦੇਖੋ ਸਾਡਾ ਉੱਤਰ 400 ਆਏਗਾ। ਬੱਚਿਓ, ਅਭਿਆਸ 1.6 ਦਾ ਦੂਸਰਾ ਸਵਾਲ ਤੁਸੀਂ ਕਾਪੀਆਂ ਤੇ ਇਸ ਤਰ੍ਹਾਂ ਹੱਲ ਕਰਨਾ ਹੈ। ਸਭ ਤੋਂ ਪਹਿਲਾਂ ਰਕਮ ਨੂੰ ਲਿਖਣਾ ਹੈ। ਹੇਠ ਲਿਖੀਆਂ ਸੰਖਿਆਵਾਂ ਦਾ ਨੇੜਲੇ ਸੈਂਕੜੇ ਵਿੱਚ ਨਿਕਟੀਕਰਨ ਕਰੋ। B ਸਵਾਲ ਲਿਖਣਾ ਹੈ ਤੇ ਉਸ ਨੂੰ ਇਸ ਤਰ੍ਹਾਂ ਹੱਲ ਕਰਨਾ ਹੈ। ਫਿਰ C ਸਵਾਲ ਲਿਖਣਾ ਹੈ ਤੇ ਉਸ ਨੂੰ ਵੀ ਇਸ ਤਰ੍ਹਾਂ ਲਿਖ ਕੇ ਹੱਲ ਕਰਨਾ ਹੈ। ਬੱਚਿਓ, ਅਭਿਆਸ 1.6 ਦਾ ਦੂਸਰਾ ਸਵਾਲ ਹੈ। ਹੇਠ ਲਿਖੀਆਂ ਸੰਖਿਆਵਾਂ ਦਾ ਨੇੜਲੇ ਸੈਂਕੜੇ ਵਿੱਚ ਨਿਕਟੀਕਰਨ ਕਰੋ। ਇਸ ਦੇ ਸਾਰੇ ਭਾਗਾਂ ਨੂੰ ਕਾਪੀਆਂ ਤੇ ਆਪ ਹੱਲ ਕਰਨਾ ਹੈ। ਧੰਨਵਾਦ। Dear students, we all know that this lesson is about a farmer whose name was Surjit and he was an old man. We have already read the first paragraph and we read it up to the sentence. On Monday morning, he left for the Dana Mandi. Now let's continue. The path was kacha. You can see in the picture the way on which Surjit was going was kacha, right? It had also rained heavily last night. Last night here means Sunday night. What had happened? It had rained heavily. Okay? The farmer was going slow. Surjit was going slow. But why? Because he knew that wheels of bullock cart might get stuck in the mud. Students, as it rained heavily last night, the kacha path became muddy. That is why Surjit was going slow, because he knew that wheels of bullock cart might get stuck in the mud. As he was passing by a field. Students, when Surjit was passing by a field, what happened? The wheels of his bullock cart got stuck in the mud. Whose bullock cart? Surjit's bullock cart. Wheels of Surjit's bullock cart got stuck in the mud. You can see in the picture. Wheels could not move now. Okay? He tried hard to pull out his bullock cart, but all in vain. Students, Surjit tried hard to pull out his bullock cart, but all went useless. He could not pull out his bullock cart. Okay? Then he called out for help. Surjit called out for help. But the farmers working in the fields ignored his request. When Surjit called out for help, there were some farmers who were working in the fields. But students, they completely ignored Surjit. They did not notice his request. Okay? So we have read this paragraph today. Let's read it once again. On Monday morning, he left for Dana Mandi. The path was kacha. It had also rained heavily last night. The farmer was going slow because he knew that wheels of the bullock cart might get stuck in the mud. As he was passing by a field, the wheels of his bullock cart got stuck in the mud. He tried hard to pull out his bullock cart, but all in vain. He called out for help, but the farmers working in the fields ignored his request. Okay, students, now it's time for your homework. And your homework is to answer the following questions. First question is,
Who was Surjit? Second one is, where was he going? ਪਿਆਰੇ ਬੱਚਿਓ, ਜਿਵੇਂ ਕਿ ਅਸੀਂ ਅਧਿਆਏ ਵੱਖ-ਵੱਖ ਕਿੱਤਾਕਾਰ ਪੜ੍ਹ ਰਹੇ ਹਾਂ ਤੇ ਅਸੀਂ ਜਾਣ ਰਹੇ ਹਾਂ ਕਿ ਵੱਖ-ਵੱਖ ਕਿੱਤਿਆਂ ਨਾਲ ਸੰਬੰਧਿਤ ਵੱਖ-ਵੱਖ ਤਰ੍ਹਾਂ ਦੇ ਔਜ਼ਾਰ ਹੁੰਦੇ ਹਨ। ਅਸੀਂ ਜਾਣਿਆ ਕਿ ਕਿਵੇਂ ਪਹਿਲੇ ਬੀਤੇ ਸਮਿਆਂ ਵਿੱਚ ਲੋਕ ਕੱਪੜੇ ਬੁਣਨ ਦੇ ਲਈ ਚਰਖੇ ਦੀ ਵਰਤੋਂ ਕਰਦੇ ਸਨ। ਇਸੇ ਤਰ੍ਹਾਂ ਦੇ ਨਾਲ ਸਾਨੂੰ ਇਹ ਵੀ ਸਮਝ ਵਿੱਚ ਆਇਆ ਕਿ ਦਰੀਆਂ, ਖੇਸ ਬੁਣਨ ਵਾਲੇ ਹੱਥ-ਖੱਡੀਆਂ ਜਾਂ ਫਿਰ ਹੱਥੇ ਦੀ ਵਰਤੋਂ ਕਰਦੇ ਹੋਏ ਆਪਣਾ ਕੰਮ ਕਰਦੇ ਸਨ। ਇਸ ਤੋਂ ਇਲਾਵਾ ਸਾਨੂੰ ਇਹ ਵੀ ਪਤਾ ਲੱਗਿਆ ਕਿ ਡਾਕਟਰ ਆਪਣੇ ਮਰੀਜ਼ਾਂ ਦੀ ਜਾਂਚ ਕਰਨ ਦੇ ਲਈ ਸਟੈਥੋਸਕੋਪ, ਥਰਮਾਮੀਟਰ ਜਾਂ ਫਿਰ ਸਿਰਿੰਜ ਦੀ ਵਰਤੋਂ ਕਰਦੇ ਹਨ। ਇਸੇ ਤਰ੍ਹਾਂ ਦੇ ਨਾਲ ਅਸੀਂ ਇਹ ਵੀ ਦੇਖਿਆ ਕਿ ਇੱਕ ਦਰਜੀ ਕਿਹੜੇ-ਕਿਹੜੇ ਆਪਣੇ ਔਜ਼ਾਰ ਵਰਤੋਂ ਵਿੱਚ ਲੈ ਕੇ ਆਉਂਦਾ ਹੈ, ਜਿਵੇਂ ਕਿ ਅਸੀਂ ਜਾਣਿਆ ਕਿ ਉਹ ਸਿਲਾਈ ਮਸ਼ੀਨ ਜਾਂ ਫਿਰ ਇੰਚੀ ਟੇਪ, ਕੈਂਚੀ, ਇਹਨਾਂ ਚੀਜ਼ਾਂ ਦੀ ਵਰਤੋਂ ਕਰਕੇ ਕੱਪੜੇ ਸਿਉਂਦਾ ਹੈ। ਤੇ ਬੱਚਿਓ, ਅੱਜ ਅਸੀਂ ਦੇਖਦੇ ਹਾਂ ਕਿ ਜਿਵੇਂ-ਜਿਵੇਂ ਰੱਜੂ ਬਾਜ਼ਾਰ ਵਿੱਚ ਆਪਣੀ ਮਾਤਾ ਨਾਲ ਘੁੰਮਦੀ ਹੈ, ਉਸ ਦੀ ਨਿਗਾਹ ਹੋਰ ਕਿਹੜੇ-ਕਿਹੜੇ ਕਿੱਤਿਆਂ ਉੱਪਰ ਪੈਂਦੀ ਹੈ ਤੇ ਉਸ ਨੂੰ ਕਿਹਨਾਂ-ਕਿਹਨਾਂ ਔਜ਼ਾਰਾਂ ਦੇ ਬਾਰੇ ਵਿੱਚ ਨਵੀਂ ਜਾਣਕਾਰੀ ਮਿਲਦੀ ਹੈ। ਮੋਚੀ ਅਤੇ ਉਸਦੇ ਦੁਆਰਾ ਵਰਤੇ ਜਾਣ ਵਾਲੇ ਔਜ਼ਾਰ। ਵਾਪਸ ਮੁੜਦੇ ਹੋਏ ਰੱਜੂ ਦੀ ਮੰਮੀ ਨੇ ਮੋਚੀ ਨੂੰ ਜੁੱਤੀ ਠੀਕ ਕਰਨ ਲਈ ਦੇ ਦਿੱਤੀ। ਉਸਨੇ ਵੱਖ-ਵੱਖ ਸੰਦਾਂ ਨਾਲ ਜੁੱਤੀ ਠੀਕ ਕਰਕੇ ਦਿੱਤੀ। ਆਓ ਮੋਚੀ ਦੇ ਵੱਖ-ਵੱਖ ਸੰਦਾਂ ਬਾਰੇ ਜਾਣੀਏ। ਪਿਆਰੇ ਬੱਚਿਓ, ਹੇਠਾਂ ਬੁਰਸ਼, ਫਰਮਾ, ਸੂਆ ਦੀਆਂ ਤਸਵੀਰਾਂ ਦਿੱਤੀਆਂ ਹੋਈਆਂ ਹਨ। ਇਹਨਾਂ ਤੋਂ ਇਲਾਵਾ ਸਾਡੇ ਕੋਲ ਹੋਰ ਵੀ ਬਹੁਤ ਸਾਰੀਆਂ ਤਸਵੀਰਾਂ ਹਨ, ਜਿਵੇਂ ਕਿ ਪੇਚਕਸ ਹੈ, ਹਥੌੜੀ ਹੈ, ਕਟਾਰ ਹੈ, ਜਮੂਰ ਹੈ। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹਨ, ਇੱਕ ਮੋਚੀ ਦੁਆਰਾ ਨਵੀਆਂ ਜੁੱਤੀਆਂ ਬਣਾਉਣ ਅਤੇ ਪੁਰਾਣੀਆਂ ਜੁੱਤੀਆਂ ਦੀ ਮੁਰੰਮਤ ਕਰਨ ਦੇ ਲਈ ਵਰਤੀਆਂ ਜਾਂਦੀਆਂ ਹਨ। ਅੱਛਾ ਬੱਚਿਓ, ਹੁਣ ਅਸੀਂ ਦੇਖਦੇ ਹਾਂ ਕਿ ਅਚਾਰੀ ਫਲ ਕੱਟਣ ਵਾਲਾ ਟੋਕਾ ਸਾਡੇ ਕਿਹੜੇ ਕੰਮ ਆਉਂਦਾ ਹੈ। ਰੱਜੂ ਅਤੇ ਉਸਦੀ ਮੰਮੀ ਘਰ ਨੂੰ ਚੱਲ ਪਈਆਂ। ਸੋਨੀ ਦੀ ਹੱਟੀ ਵੇਖ ਰੱਜੂ ਦੀ ਮਾਂ ਨੂੰ ਯਾਦ ਆ ਗਿਆ ਕਿ ਅਚਾਰ ਵੀ ਲੈ ਕੇ ਜਾਣਾ ਹੈ। ਰੱਜੂ ਨੂੰ ਉਸਦੀ ਮੰਮੀ ਨੇ ਦੱਸਿਆ ਕਿ ਅਚਾਰ ਸੋਨੀ ਦੀ ਮੰਮੀ ਖੁਦ ਬਣਾਉਂਦੀ ਹੈ। ਇਹ ਅਚਾਰ ਬੜਾ ਸਵਾਦ ਹੋਣ ਕਾਰਨ ਸਾਰੇ ਪਿੰਡ ਵਾਲੇ ਅਚਾਰ ਇੱਥੋਂ ਹੀ ਖਰੀਦਦੇ ਹਨ। ਉੱਥੇ ਅਚਾਰੀ ਫਲਾਂ ਨੂੰ ਕੱਟਣ ਵਾਲਾ ਟੋਕਾ ਵੀ ਪਿਆ ਸੀ, ਜੋ ਰੱਜੂ ਨੇ ਪਹਿਲੀ ਵਾਰ ਵੇਖਿਆ ਸੀ। ਪਿਆਰੇ ਬੱਚਿਓ, ਇਹ ਸਾਨੂੰ ਜੋ ਤਸਵੀਰ ਦਿਖਾਈ ਦੇ ਰਹੀ ਹੈ, ਇਸ ਨੂੰ ਅਸੀਂ ਟੋਕਾ ਕਹਿੰਦੇ ਹਾਂ। ਇਸ ਟੋਕੇ ਦੇ ਨਾਲ ਅਚਾਰੀ ਫਲਾਂ ਨੂੰ ਕੱਟਣ ਦਾ ਕੰਮ ਲਿਆ ਜਾਂਦਾ ਹੈ। ਘੁਮਿਆਰ ਅਤੇ ਉਸਦੇ ਦੁਆਰਾ ਵਰਤੇ ਜਾਣ ਵਾਲੇ ਔਜ਼ਾਰ। ਆਓ ਵੇਖਦੇ ਹਾਂ ਕਿ ਘੁਮਿਆਰ ਕਿਹੜੇ-ਕਿਹੜੇ ਔਜ਼ਾਰ ਵਰਤਦਾ ਹੈ। ਫਿਰ ਉਹਨਾਂ ਨੇ ਸੜਕ ਦੇ ਕਿਨਾਰੇ ਦੁਕਾਨ ਸਜਾਈ ਬੈਠੇ ਇੱਕ ਘੁਮਿਆਰ ਕੋਲੋਂ ਇੱਕ ਕੁੱਜਾ ਖਰੀਦਿਆ। ਰੱਜੂ ਘੁਮਿਆਰ ਨੂੰ ਪੁੱਛਣ ਲੱਗੀ, ਅੰਕਲ, ਤੁਸੀਂ ਮਿੱਟੀ ਦੇ ਇੰਨੇ ਗੋਲ-ਗੋਲ ਭਾਂਡੇ ਕਿਵੇਂ ਤਿਆਰ ਕਰਦੇ ਹੋ ਤੇ ਤੁਸੀਂ ਇਹ ਕਿੱਥੋਂ ਸਿੱਖੇ ਸਨ? ਰੱਜੂ ਇੱਕੋ ਸਾਹ ਬੋਲ ਗਈ। ਘੁਮਿਆਰ ਨੇ ਉੱਤਰ ਦਿੱਤਾ, ਪੁੱਤਰ, ਮਿੱਟੀ ਨੂੰ ਚੰਗੀ ਤਰ੍ਹਾਂ ਗੁੰਨ ਕੇ ਤਿਆਰ ਕੀਤਾ ਜਾਂਦਾ ਹੈ। ਫਿਰ ਚੱਕ ਦੀ ਮਦਦ ਨਾਲ ਭਾਂਡੇ ਬਣਾਏ ਜਾਂਦੇ ਹਨ। ਫਿਰ ਇਹਨਾਂ ਨੂੰ ਸੁਕਾ ਕੇ ਆਵੇ ਦੀ ਅੱਗ ਵਿੱਚ ਪਕਾ ਲਿਆ ਜਾਂਦਾ ਹੈ। ਇਹ ਸਾਡਾ ਪਿਤਾ ਪੁਰਖੀ ਕਿੱਤਾ ਹੈ। ਮੈਂ ਇਹ ਕੰਮ ਆਪਣੇ ਪਿਤਾ ਜੀ ਅਤੇ ਦਾਦਾ ਜੀ ਤੋਂ ਸਿੱਖਿਆ ਸੀ। ਬੱਚਿਓ, ਇਹ ਜੋ ਸਾਨੂੰ ਤਸਵੀਰ ਦਿਖਾਈ ਦੇ ਰਹੀ ਹੈ, ਇਸ ਨੂੰ ਚੱਕ ਕਿਹਾ ਜਾਂਦਾ ਹੈ। ਇਸ ਨੂੰ ਜਦੋਂ ਤੇਜ਼ ਘੁਮਾਇਆ ਜਾਂਦਾ ਹੈ ਤੇ ਬਰਤਨ ਨੂੰ ਆਪਣੀ ਮਨ ਚਾਹੇ ਆਕਾਰ ਦੇ ਵਿੱਚ ਢਾਲ ਲਿਆ ਜਾਂਦਾ ਹੈ। ਬੱਚਿਓ, ਇਹ ਹੈ ਤੁਹਾਡਾ ਘਰ ਦਾ ਕੰਮ। ਤੁਸੀਂ ਇਸ ਤਸਵੀਰ ਵਿੱਚ ਧਿਆਨ ਦੇ ਨਾਲ ਵੇਖਦੇ ਹੋਏ ਜਿਹੜੇ ਕੰਮ ਔਰਤਾਂ ਨੂੰ ਆਪਣੇ ਅੱਖਾਂ ਨਾਲ ਕਰਦੇ ਹੋਏ ਵੇਖਿਆ ਹੈ, ਉਸ ਅੱਗੇ ਸਹੀ ਦਾ ਨਿਸ਼ਾਨ ਲਗਾਉਣਾ ਹੈ। ਇਹ ਪ੍ਰਸ਼ਨ ਤੁਹਾਡੀ ਕਿਤਾਬ ਦੇ ਪੰਨਾ ਨੰਬਰ 24 ਤੇ ਦਰਜ ਹੈ। ਪਿਆਰੇ ਬੱਚਿਓ, ਸਤਿ ਸ਼੍ਰੀ ਅਕਾਲ। ਤੁਸੀਂ ਡਾਕਟਰ ਜੇ.ਐਸ. ਗਰੇਵਾਲ ਦੁਆਰਾ ਲਿਖੀ ਇਸ ਜੀਵਨੀ ਵਿੱਚ ਸ਼ਹੀਦ ਊਧਮ ਸਿੰਘ ਦੇ ਜੀਵਨ ਅਤੇ ਉਸ ਦੁਆਰਾ ਦੇਸ਼ ਲਈ ਕੀਤੀ ਕੁਰਬਾਨੀ ਬਾਰੇ ਵਿਸਥਾਰ ਪੂਰਵਕ ਜਾਣਿਆ ਹੈ। ਅੱਜ ਅਸੀਂ ਇਸ ਪਾਠ ਅਭਿਆਸ ਵਿੱਚ ਆਏ ਮੁਹਾਵਰਿਆਂ ਦੇ ਅਰਥ ਸਮਝਦੇ ਹੋਏ ਉਹਨਾਂ ਤੋਂ ਵਾਕ ਬਣਾਵਾਂਗੇ। ਸਾਡਾ ਪਹਿਲਾ ਮੁਹਾਵਰਾ ਹੈ ਖੂਨੀ ਸਾਕਾ ਵਾਪਰਨਾ, ਵੱਡੀ ਪੱਧਰ ਤੇ ਕਤਲੇਆਮ ਹੋਣਾ। ਬੱਚਿਓ, ਖੂਨੀ ਸਾਕਾ ਵਾਪਰਨ ਦਾ ਅਰਥ ਹੈ ਕਿ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਮਾਰ ਦਿੱਤਾ ਜਾਣਾ। ਤੁਸੀਂ ਪਾਠ ਵਿੱਚ ਪੜ੍ਹਿਆ ਹੈ ਕਿ ਮਾਈਕਲ ਐਡਵਾਇਰ ਨੇ ਜਲਿਆਂਵਾਲੇ ਬਾਗ ਵਿੱਚ ਸੈਂਕੜੇ ਲੋਕਾਂ ਤੇ ਗੋਲੀਆਂ ਚਲਵਾਈਆਂ, ਜਿਸ ਕਾਰਨ ਉੱਥੇ ਵੱਡੀ ਪੱਧਰ ਤੇ ਲੋਕ ਮਾਰੇ ਗਏ, ਭਾਵ ਖੂਨੀ ਸਾਕਾ ਵਾਪਰਿਆ। ਆਓ ਇਸ ਦਾ ਵਾਕ ਬਣਾਉਂਦੇ ਹਾਂ। 13 ਅਪ੍ਰੈਲ 1919 ਈਸਵੀ ਨੂੰ ਵਿਸਾਖੀ ਵਾਲੇ ਦਿਨ
ਜਲਿਆਂਵਾਲੇ ਬਾਗ ਵਿੱਚ ਖੂਨੀ ਸਾਕਾ ਵਾਪਰਿਆ। ਸਾਡਾ ਅਗਲਾ ਮੁਹਾਵਰਾ ਹੈ ਚਾਹ ਵਿੱਚ ਨੱਚਣਾ, ਬਹੁਤ ਖੁਸ਼ ਹੋਣਾ। ਬੱਚਿਓ, ਇਸ ਮੁਹਾਵਰੇ ਤੋਂ ਭਾਵ ਹੈ ਮਨ ਦਾ ਆਨੰਦ ਵਿੱਚ ਹੋਣਾ ਜਾਂ ਖੁਸ਼ੀ ਦੀ ਹਾਲਤ ਵਿੱਚ ਹੋਣਾ। ਤੁਸੀਂ ਇਸ ਪਾਠ ਵਿੱਚ ਪੜ੍ਹਿਆ ਹੈ ਸ਼ਹੀਦ ਊਧਮ ਸਿੰਘ ਭਗਤ ਸਿੰਘ ਨੂੰ ਆਪਣਾ ਗੁਰੂ ਮੰਨਦਾ ਸੀ। ਜਦੋਂ ਉਸ ਨੂੰ ਭਗਤ ਸਿੰਘ ਦੀ ਤਸਵੀਰ ਮਿਲੀ ਤਾਂ ਉਸ ਕੋਲੋਂ ਖੁਸ਼ੀ ਸੰਭਾਲੀ ਨਹੀਂ ਜਾ ਰਹੀ ਸੀ ਤੇ ਉਹ ਭਗਤ ਸਿੰਘ ਦੀ ਤਸਵੀਰ ਲੈ ਕੇ ਬੜੇ ਚਾਅ ਨਾਲ ਨੱਚ ਰਿਹਾ ਸੀ। ਆਓ ਇਸ ਮੁਹਾਵਰੇ ਤੋਂ ਕੋਈ ਹੋਰ ਵਾਕ ਬਣਾਉਂਦੇ ਹਾਂ। ਜਦੋਂ ਅਵਨੀਤ ਦੀ ਮੰਮੀ ਨੇ ਉਸ ਨੂੰ ਨਵਾਂ ਬਸਤਾ ਲੈ ਕੇ ਦਿੱਤਾ ਤਾਂ ਉਹ ਬਸਤਾ ਲੈ ਕੇ ਚਾਹ ਵਿੱਚ ਨੱਚਣ ਲੱਗੀ। ਸਾਡਾ ਅਗਲਾ ਮੁਹਾਵਰਾ ਹੈ ਤਾਕ ਵਿੱਚ ਰਹਿਣਾ, ਦਾ ਲਗਾਉਣ ਲਈ ਤਿਆਰ ਰਹਿਣਾ। ਬੱਚਿਓ, ਤਾਕ ਵਿੱਚ ਰਹਿਣ ਤੋਂ ਭਾਵ ਹੈ ਕਿ ਦਾ ਲਗਾਉਣ ਲਈ ਤਿਆਰ ਰਹਿਣਾ ਜਾਂ ਮੌਕੇ ਦੀ ਭਾਲ ਵਿੱਚ ਰਹਿਣਾ। ਤੁਸੀਂ ਪਾਠ ਵਿੱਚ ਪੜ੍ਹਿਆ ਹੈ ਕਿ ਸ਼ਹੀਦ ਊਧਮ ਸਿੰਘ ਮਾਈਕਲ ਅਡਵਾਇਰ ਨੂੰ ਜਲਿਆਂਵਾਲੇ ਬਾਗ ਦੇ ਸਾਕੇ ਦਾ ਅਸਲ ਜ਼ਿੰਮੇਵਾਰ ਸਮਝਦਾ ਸੀ ਤੇ ਹਮੇਸ਼ਾ ਉਸ ਨੂੰ ਮਾਰਨ ਦੀ ਤਾਕ ਵਿੱਚ ਰਹਿੰਦਾ ਸੀ ਕਿ ਕਦੋਂ ਉਸ ਨੂੰ ਮੌਕਾ ਮਿਲੇ ਤੇ ਕਦੋਂ ਉਹ ਅਡਵਾਇਰ ਨੂੰ ਮਾਰ ਸਕੇ। ਆਓ ਇਸ ਮੁਹਾਵਰੇ ਤੋਂ ਇੱਕ ਹੋਰ ਵਾਕ ਬਣਾਉਂਦੇ ਹਾਂ। ਸ਼ਿਕਾਰੀ ਆਪਣੇ ਸ਼ਿਕਾਰ ਲਈ ਹਮੇਸ਼ਾ ਤਾਕ ਵਿੱਚ ਰਹਿੰਦੇ ਹਨ ਤੇ ਮੌਕਾ ਮਿਲਦੇ ਹੀ ਸ਼ਿਕਾਰ ਤੇ ਹਮਲਾ ਕਰ ਦਿੰਦੇ ਹਨ। ਢਹਿਣ ਹੌਸਲੇ ਨਾ ਉਹਨਾਂ ਯੋਧਿਆਂ ਦੇ ਜਿਹੜੇ ਮਰਨਾ ਦੇਸ਼ ਲਈ ਜਾਣਦੇ ਨੇ, ਬਦਲਾ ਲੈਣ ਲਈ ਸਮੁੰਦਰ ਪਾਰ ਕਰਕੇ ਖੁਸ਼ੀ ਨਾਲ ਫਾਂਸੀ ਉੱਤੇ ਝੂਲਣਾ ਜਾਣਦੇ ਨੇ। ਇਹਨਾਂ ਸਤਰਾਂ ਨਾਲ ਸੰਬੰਧਿਤ ਸਾਡਾ ਅਗਲਾ ਮੁਹਾਵਰਾ ਹੈ ਫਾਂਸੀ ਉੱਤੇ ਝੂਲ ਜਾਣਾ, ਆਪਣੀ ਜਾਨ ਵਾਰ ਦੇਣਾ। ਬੱਚਿਓ, ਇਸ ਦਾ ਅਰਥ ਹੈ ਕਿ ਦੇਸ਼, ਕੌਮ, ਧਰਮ ਜਾਂ ਕਿਸੇ ਦੀ ਖਾਤਰ ਆਪਣੇ ਆਪ ਨੂੰ ਕੁਰਬਾਨ ਕਰ ਦੇਣਾ। ਜਿਵੇਂ ਊਧਮ ਸਿੰਘ ਨੇ ਭਰੀ ਕਚਹਿਰੀ ਵਿੱਚ ਬੜੀ ਦਲੇਰੀ ਨਾਲ ਕਿਹਾ ਸੀ, ਮੈਂ ਮਾਈਕਲ ਅਡਵਾਇਰ ਨੂੰ ਮਾਰ ਕੇ ਦੇਸ਼ ਦੀ ਖਾਤਰ ਆਪਣਾ ਫਰਜ਼ ਨਿਭਾਇਆ ਹੈ, ਇਸ ਲਈ ਮੈਂ ਫਾਂਸੀ ਉੱਤੇ ਝੂਲ ਜਾਣਾ ਹੀ ਚੰਗਾ ਸਮਝਾਂਗਾ। ਆਓ ਅਸੀਂ ਵੀ ਇਸ ਮੁਹਾਵਰੇ ਤੋਂ ਇੱਕ ਵਾਕ ਬਣਾਉਂਦੇ ਹਾਂ। ਦੇਸ਼ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣ ਲਈ ਹਜ਼ਾਰਾਂ ਹੀ ਆਜ਼ਾਦੀ ਘੁਲਾਟੀਏ ਫਾਂਸੀ ਉੱਤੇ ਝੂਲ ਗਏ ਸਨ। ਤੁਹਾਡਾ ਘਰ ਦਾ ਕੰਮ ਹੈ, ਤੁਸੀਂ ਪੰਜਾਬੀ ਦੀ ਪਾਠ ਪੁਸਤਕ ਦੇ ਪੰਨਾ ਨੰਬਰ 24 ਤੇ ਆਏ ਮੁਹਾਵਰਿਆਂ ਤੋਂ ਆਪਣੇ ਸ਼ਬਦਾਂ ਵਿੱਚ ਵਾਕ ਬਣਾਉਣੇ ਹਨ ਤੇ ਆਪਣੀ ਕਾਪੀ ਉੱਤੇ ਸੋਹਣੇ ਕਰਕੇ ਲਿਖਣੇ ਹਨ। ਸਤਿ ਸ਼੍ਰੀ ਅਕਾਲ। ਅਸੀਂ ਪਿਛਲੀ ਕਲਾਸ ਦੇ ਵਿੱਚ ਰੋਮਨ ਸੰਖਿਆਵਾਂ ਬਾਰੇ ਚੰਗੀ ਤਰ੍ਹਾਂ ਜਾਣ ਆਏ ਹਾਂ, ਚੰਗੀ ਤਰ੍ਹਾਂ ਪੜ੍ਹ ਲਿਆ ਹੈ। ਅਸੀਂ ਇਸ ਕਲਾਸ ਤੇ ਜੋ ਸੰਖਿਆਵਾਂ ਲਿਖੀਆਂ ਹੋਈਆਂ ਨੇ ਇਹਨਾਂ ਨੂੰ ਵੀ ਪੜ੍ਹਨਾ ਸਿੱਖ ਲਿਆ ਹੈ। ਅਸੀਂ 1 ਤੋਂ 39 ਤੱਕ ਰੋਮਨ ਸੰਖਿਆਵਾਂ ਕਿਵੇਂ ਲਿਖੀਆਂ ਜਾਂਦੀਆਂ ਨੇ ਇਹਨਾਂ ਨੂੰ ਵੀ ਬੜੀ ਵਿਸਤਾਰ ਨਾਲ ਸਿੱਖਿਆ ਹੈ। ਸੋ ਪਿਆਰੇ ਬੱਚਿਓ, ਇਹ ਸੰਖਿਆਵਾਂ ਕਿੱਥੇ ਲਿਖੀਆਂ ਮਿਲਦੀਆਂ ਨੇ? ਇਹ ਸੰਖਿਆਵਾਂ ਸਾਡੀ ਕਿਤਾਬ ਦੇ ਸਬ ਪਾਰਟ ਜਿਵੇਂ 1 2 3 4 5 ਪੇਜ ਅੱਗੇ ਹੁੰਦੇ ਨੇ ਤਾਂ ਉਹਨਾਂ ਪੇਜਾਂ ਤੋਂ ਇੱਕ ਤੋਂ ਪਹਿਲਾਂ ਜਿਹੜੇ ਪੇਜ ਕੁਝ ਹੋਰ ਲਾਏ ਹੁੰਦੇ ਨੇ ਤਾਂ ਉਹਨਾਂ ਦੀ ਜਿਹੜੀ ਪੇਜਿੰਗ ਹੈ ਜਾਂ ਉਹਨਾਂ ਦਾ ਨੰਬਰ ਹੈ ਉਹ ਰੋਮਨ ਅੰਕਾਂ ਦੇ ਵਿੱਚ, ਰੋਮਨ ਸੰਖਿਆਵਾਂ ਦੇ ਵਿੱਚ ਲਿਖਿਆ ਹੁੰਦਾ ਹੈ। ਇਸੇ ਤਰ੍ਹਾਂ ਹੀ ਜਿਹੜੇ 올림픽 ਖੇਡਾਂ ਦੀ ਗਿਣਤੀ ਹੁੰਦੀ ਹੈ ਕਿ ਕਿੰਨੀਆਂ 올림픽 ਖੇਡਾਂ ਨੇ ਤਾਂ ਉਹ ਵੀ ਇਹ ਰੋਮਨ ਚਿੰਨ੍ਹਾਂ ਦੇ ਵਿੱਚ, ਰੋਮਨ ਸੰਖਿਆਵਾਂ ਦੇ ਵਿੱਚ ਲਿਖੀਆਂ ਹੁੰਦੀਆਂ ਨੇ। ਸੋ ਇਹਨਾਂ ਸੰਖਿਆਵਾਂ ਦਾ ਸਾਨੂੰ ਅਧਿਐਨ ਕਰਨਾ ਜ਼ਰੂਰੀ ਹੈ। ਅਸੀਂ ਹੁਣ ਅਗਲੀਆਂ ਸੰਖਿਆਵਾਂ ਦਾ ਅਭਿਆਸ ਕਰਾਂਗੇ ਤਾਂ ਜੋ ਅਸੀਂ ਪੂਰੀ ਤਰ੍ਹਾਂ ਸਾਰੀਆਂ ਸੰਖਿਆਵਾਂ ਨੂੰ ਪੜ੍ਹ ਤੇ ਲਿਖ ਸਕੀਏ। ਤੁਹਾਨੂੰ ਪਤਾ ਹੋਣਾ ਚਾਹੀਦਾ 1 2 3 4 5 6 7 8 ਔਰ 9 ਕਿਵੇਂ ਲਿਖੇ ਜਾਂਦੇ ਨੇ। ਇਸ ਤੋਂ ਬਾਅਦ ਅਸੀਂ ਅਗਲੀਆਂ ਸੰਖਿਆਵਾਂ 10 ਤੋਂ 100 ਤੱਕ ਬਣਾਉਣੀਆਂ ਸਿੱਖਾਂਗੇ। ਜਿਵੇਂ ਇਹ ਦੇਖਦੇ ਹਾਂ, ਇਹ ਕੀ ਹੈ 10, ਤਾਂ ਸਾਡੇ ਲਈ ਰੋਮਨ ਸੰਖਿਆ ਦੇ ਵਿੱਚ 10 ਦਾ ਚਿੰਨ੍ਹ ਇਹ ਹੈ। ਇਸ ਤੋਂ ਬਾਅਦ 20, 10 ਦੇ ਚਿੰਨ੍ਹ ਨੂੰ 2 ਵਾਰ ਦੁਹਰਾ ਕੇ 10 ਤੇ 10 20। ਫਿਰ ਹੈ 30, 10 ਦਾ ਚਿੰਨ੍ਹ 3 ਵਾਰ ਦੁਹਰਾ ਹੋਏਗਾ 10 10 10 ਭਾਵ 30। ਇਸ ਤੋਂ ਬਾਅਦ ਸਾਡੇ ਕੋਲ ਜੋ ਸੰਖਿਆ ਆਉਂਦੀ ਹੈ ਉਹ 40 ਹੈ। ਤਾਂ 40 ਲਿਖਣ ਵਾਸਤੇ ਅਸੀਂ 50 ਦੇ ਮੁੱਲ ਦੇ ਚਿੰਨ੍ਹ ਵਿੱਚੋਂ 10 ਦਾ ਚਿੰਨ੍ਹ ਘਟਾਵਾਂਗੇ। ਇਹ ਜਿਹੜੀ ਸੰਖਿਆ ਹੈ ਉਹ 40 ਦੇ ਮੁੱਲ ਦੀ ਰਹਿ ਜਾਵੇਗੀ ਤੇ ਇਹ 40 ਹੈ। ਸੋ ਇਸ ਤੋਂ ਅੱਗੇ ਜੋ ਸੰਖਿਆ ਹੈ ਉਹ ਹੈ 50 ਤੇ 50 ਲਈ ਸਾਨੂੰ ਪਤਾ ਹੈ ਰੋਮਨ ਚਿੰਨ੍ਹ ਜਿਹੜਾ ਹੈ ਉਹ ਇਹ ਹੈ। ਤਾਂ 50 ਤੋਂ ਅੱਗੇ 60 ਲਿਖਣ ਵਾਸਤੇ ਸਾਨੂੰ 50 ਦੇ
ਨਾਲ 10 लेके ये जो संख्या साडे कोले बनेगी ये 60 बनेगी। इस तो बाद 50 और 20 70, इस तो अगे 50 और 30 80, फिर जो ये 100 का चिन्ह है सानू पता है इसका मुल 100 है, तो 90 लिखण वास्ते सानू 100 के चिन्ह दे विचों जिहड़ा 10 का चिन्ह ये घटाउणा पएगा। ये जो चिन्ह है ये है 90। सो असी 10 तो 90 तक संख्यावां किवें बनाउणीਆਂ ने ਉਹ ਅਸੀਂ ਬਣਾਉਣੀਆਂ ਸਿੱਖ ਲਈਆਂ ਨੇ। ਆਓ ਹੁਣ ਇਸ ਤੋਂ ਬਾਅਦ ਅਸੀਂ ਸਾਰੀਆਂ ਸੰਖਿਆਵਾਂ ਬਣਾਉਣ ਦਾ ਅਭਿਆਸ ਕਰੀਏ। ਸੋ ਬੇਟਾ ਅਸੀਂ 1 ਤੋਂ 9 ਤੱਕ ਕਿਵੇਂ ਸੰਖਿਆਵਾਂ ਲਿਖੀਆਂ ਜਾਂਦੀਆਂ ਨੇ ਇਹ ਵੀ ਜਾਣ ਲਿਆ ਹੈ, ਔਰ 10 20 30 ਤੋਂ ਲੈ ਕੇ 100 ਤੱਕ ਵੀ ਰੋਮਨ ਸੰਖਿਆਵਾਂ ਕਿਵੇਂ ਲਿਖਣੀਆਂ ਹਨ ਇਹ ਵੀ ਪੜ੍ਹ ਲਿਆ ਹੈ। ਤਾਂ ਹੁਣ ਅਸੀਂ ਇਹਨਾਂ ਦੀ ਮਦਦ ਦੇ ਨਾਲ ਟੋਕਵੀਆਂ ਸੰਖਿਆਵਾਂ ਬਣਾਵਾਂਗੇ। ਜਿਵੇਂ ਇਹ ਚਿੰਨ੍ਹ ਹੈ 10 ਦਾ, 10 1 11, 10 2 12, 10 3 13, 10 4 14, इसी तरह ही 10 6 16, 10 7 17। तो इस तो अगली लाइन दी संख्यावां ने 20 20 वालियां 21 21, 22 22, 23 23, 24 24, 25 25, 29 29, 30 31 31, 32 32, 34 34, 37 37, 36 36, 39 39 है। ये जो चिन्ह है 40 का, तो 40 42 42, 43 43, 44 44, 46 46, 48 48, 49 49, 51 51, 52 52, 53 53, 54 54, 55 55, 56 56, 60 61, 62 62, 63 63, 64 64, 65 65, 66 66, 67 67। ये जो चिन्ह है ये है 70 का, 70 1 71, 73 73, 75 75, 70 76। ਅਸੀਂ ਦੇਖਦੇ ਹਾਂ 81 81, 86 86, 87 87, 88 88, 89 99, 90 91, 92 92, 93 93, 94 94, 97 97, 98 98, 99 99। इस तो बाद सानू पता है ये 99 99 तो बाद जो चिन्ह आएगा वो आएगा 100 ਤੇ 100 ਇਸ ਤਰ੍ਹਾਂ ਲਿਖਿਆ ਜਾਏਗਾ। ਸੋ ਹੁਣ ਬੇਟਾ ਤੁਹਾਡੇ ਲਈ ਘਰ ਦਾ ਕੰਮ, ਤੁਹਾਡੇ ਲਈ ਘਰ ਦਾ ਕੰਮ ਇਹ ਹੈ ਬੇਟਾ, ਜਿਵੇਂ ਮੈਂ ਮਾਚਸ ਦੀਆਂ ਤੀਲਾਂ ਦੀ ਮਦਦ ਦੇ ਨਾਲ ਇਹ 1 4 12 55 ਤੇ 70 ਲਿਖਿਆ ਹੈ, ਤੁਸੀਂ ਵੀ ਵੱਖ-ਵੱਖ ਰੋਮਨ ਸੰਖਿਆਵਾਂ ਲਿਖਣੀਆਂ ਹਨ। ਬਹੁਤ ਬਹੁਤ ਧੰਨਵਾਦ। Hello dear children, let's learn English. Today my topic is for class 5. Lesson number 2 and title of the lesson is Two Frogs. Today we will discuss about picture composition. A picture composition involves writing sentences based on a given picture. Okay? So here we go. Let's talk about this picture. What can you see in this picture? Observe the picture carefully. What is this? This is a frog. And here, this is another one. So there are two frogs. They are looking happy. They are sitting in a pond. You know what is a pond? It is an area filled with water. Look at the picture. It is a pond. The water in the pond is low. What else can you notice in this picture? Yes, there is grass around the pond and there are tall buildings. Okay? Oh, what is it? It is litter, means garbage. See how dirty it looks? Right? Dear children, now we can write sentences about this picture.
first sentence is there is a pond. There is a pond. Second sentence is there are two frogs. There are two frogs. The next sentence is they are sitting in the pond. They are sitting in the pond. the next sentence is they are looking happy. They are looking happy. There is grass around the pond. There is grass around the pond. the next sentence is there is litter near the pond. There is litter near the pond. And last one is there are tall buildings. There are tall buildings. Hope you have understood as to how to frame sentences. We will repeat again. First sentence is there is a pond. Second sentence is there are two frogs. the next sentence is they are sitting in the pond. They are looking happy. There is grass around the pond. the next sentence is there is litter near the pond. And last sentence is there are tall buildings. Now it's time for homework. Here are some words. Make simple sentences using these words. Number 1 is frog. Next, pond. Then grass, litter, and last word is building. Hope you have enjoyed. Thank you. ਪਿਆਰੇ ਬੱਚਿਓ, ਤੁਸੀਂ ਪਾਠ 3 ਪਸੰਦ ਆਪੋ ਆਪਣੀ ਪੜ੍ਹ ਚੁੱਕੇ ਹੋ ਅਤੇ ਪਾਠ ਵਿੱਚ ਆਏ ਬਹੁਤ ਸਾਰੀ ਚੀਜ਼ਾਂ ਬਾਰੇ ਜਾਣਕਾਰੀ ਵੀ ਪ੍ਰਾਪਤ ਕਰ ਚੁੱਕੇ ਹੋ। ਆਓ ਹੁਣ ਅਸੀਂ ਪਾਠ ਵਿੱਚੋਂ ਯਾਦ ਰੱਖਣ ਯੋਗ ਗੱਲਾਂ ਕਰੀਏ। ਸਭ ਤੋਂ ਪਹਿਲਾਂ ਹੈ ਲੋਕਾਂ ਦੀ ਖਾਣ ਪੀਣ ਪਹਿਨਣ ਆਦਿ ਦੀ ਪਸੰਦ ਵੱਖ-ਵੱਖ ਹੁੰਦੀ ਹੈ। ਕੱਦ, ਨੈਣ ਨਕਸ਼, ਸਰੀਰਕ ਗੁਣ ਮਾਤਾ ਪਿਤਾ ਤੋਂ ਵਿਰਸੇ ਵਿੱਚ ਪ੍ਰਾਪਤ ਹੁੰਦੇ ਹਨ। ਠੀਕ ਹੈ ਬੱਚਿਓ, ਤੁਸੀਂ ਵੇਖਿਆ ਹੋਵੇਗਾ ਕਿ ਬਹੁਤ ਸਾਰੇ ਬੱਚੇ ਆਪਣੇ ਮਾਤਾ ਪਿਤਾ ਵਾਂਗ ਲੰਬੇ ਹੁੰਦੇ ਹਨ। ਉਹਨਾਂ ਦਾ ਨੱਕ ਉਹਨਾਂ ਨਾਲ ਮਿਲਦਾ ਹੁੰਦਾ ਹੈ, ਉਹਨਾਂ ਦੀਆਂ ਅੱਖਾਂ ਉਹਨਾਂ ਨਾਲ ਮਿਲਦੀਆਂ ਹੁੰਦੀਆਂ ਹਨ। ਠੀਕ ਹੈ, ਉਹ ਕਿਉਂ? ਕਿਉਂਕਿ ਉਹ ਉਹਨਾਂ ਨੇ ਵਿਰਸੇ ਵਿੱਚ ਪ੍ਰਾਪਤ ਕੀਤੇ ਹੁੰਦੇ ਹਨ। ਚੰਗੀ ਸਿਹਤ ਲਈ ਖੁਰਾਕ ਅਤੇ ਕਸਰਤ ਜ਼ਰੂਰੀ ਹੈ। ਅੱਗੇ ਹੈ ਲੋਕਾਂ ਦੇ ਖਾਣ ਪੀਣ ਦੀਆਂ ਆਦਤਾਂ ਉੱਪਰ ਉਹਨਾਂ ਦੇ ਇਲਾਕਿਆਂ ਅਤੇ ਪਰਿਵਾਰਾਂ ਦੇ ਸੱਭਿਆਚਾਰਾਂ ਦਾ ਕਾਫੀ ਅਸਰ ਹੁੰਦਾ ਹੈ। ਪੰਜਾਬ ਵਿੱਚ ਕਣਕ ਦੀ ਪੈਦਾਵਾਰ ਵੱਧ ਹੋਣ ਕਾਰਨ ਜ਼ਿਆਦਾਤਰ ਲੋਕ ਰੋਟੀ ਖਾਂਦੇ ਹਨ। ਅੱਗੇ ਹੈ ਬੱਚਿਓ, ਛੂ ਕੇ ਪੜਨ ਵਾਲੀ ਲਿਪੀ ਨੂੰ ਬ੍ਰੇਲ ਲਿਪੀ ਕਹਿੰਦੇ ਹਨ। ਬੱਚਿਓ, ਇਹ ਸਨ ਯਾਦ ਰੱਖਣ ਯੋਗ ਗੱਲਾਂ। ਆਓ ਹੁਣ ਅਸੀਂ ਇਸ ਪਾਠ ਨਾਲ ਸੰਬੰਧਿਤ ਅਭਿਆਸ ਪ੍ਰਸ਼ਨ ਅਤੇ ਖਾਲੀ ਥਾਵਾਂ ਭਰੋ ਕਰੀਏ। ਪਹਿਲਾਂ ਅਸੀਂ ਕਰਦੇ ਹਾਂ ਖਾਲੀ ਥਾਵਾਂ ਭਰੋ। ਚਲੋ ਬੱਚਿਓ, ਮੈਂ ਤੁਹਾਡੀ ਥੋੜੀ ਜਿਹੀ ਮਦਦ ਕਰ ਦਿੰਦੀ ਹਾਂ। ਹਾਂਜੀ, ਕੀ ਤੁਸੀਂ ਹੁਣ ਮੈਨੂੰ ਦੱਸ ਸਕਦੇ ਹੋ ਕਿਹੜਾ ਉੱਤਰ ਕਿਸ ਦਾ ਹੈ? ਹੈਲਨ ਕੈਲਰ ਡੈਸ਼ ਨਹੀਂ ਸਕਦੀ ਸੀ। ਹਾਂਜੀ ਬੱਚਿਓ, ਦੱਸ ਸਕਦੇ ਹੋ ਕੀ ਨਹੀਂ ਸਕਦੀ ਸੀ? ਜੀ ਹਾਂ, ਹੈਲਨ ਕੈਲਰ ਦੇਖ ਅਤੇ ਸੁਣ ਨਹੀਂ ਸਕਦੀ ਸੀ। ਠੀਕ ਹੈ ਬੱਚਿਓ, ਅਗਲਾ ਹੈ ਛੂ ਕੇ ਪੜਨ ਵਾਲੀ ਲਿਪੀ ਨੂੰ ਡੈਸ਼ ਕਹਿੰਦੇ ਹਨ। ਅਸੀਂ ਇਸ ਬਾਰੇ ਪੜਿਆ ਹੈ। ਹਾਂਜੀ, ਇਸ ਨੂੰ ਬ੍ਰੇਲ ਲਿਪੀ ਕਹਿੰਦੇ ਹਨ। ਅਗਲਾ ਹੈ ਡੈਸ਼ ਬਿਮਾਰੀ ਕਾਰਨ ਬੱਚੇ ਚੱਲਣ ਫਿਰਨ ਤੋਂ ਅਸਮਰਥ ਹੋ ਜਾਂਦੇ ਹਨ। ਸਾਡੇ ਕੋਲ ਇੱਕੋ ਹੀ ਜਵਾਬ ਬਚਿਆ ਹੈ। ਹਾਂਜੀ, ਪੋਲੀਓ। ਠੀਕ ਹੈ ਬੱਚਿਓ, ਪੋਲੀਓ ਦੀ ਬਿਮਾਰੀ ਕਾਰਨ ਬੱਚੇ ਚੱਲਣ ਫਿਰਨ ਤੋਂ ਅਸਮਰਥ ਹੋ ਜਾਂਦੇ ਹਨ। ਅੱਗੇ ਹੈ ਪ੍ਰਸ਼ਨ ਉੱਤਰ। ਹਾਂਜੀ ਬੱਚਿਓ, ਪਹਿਲਾ ਪ੍ਰਸ਼ਨ ਹੈ ਦੇਖ ਨਾ ਸਕਣ ਵਾਲੇ ਵਿਅਕਤੀਆਂ ਦੀਆਂ ਕਿਹੜੀਆਂ ਸ਼ਕਤੀਆਂ ਤੇਜ਼ ਹੁੰਦੀਆਂ ਹਨ? ਕੀ ਤੁਸੀਂ ਮੈਨੂੰ ਦੱਸ ਸਕਦੇ ਹੋ? ਹਾਂਜੀ, ਜੀ ਹਾਂ ਬੱਚਿਓ, ਦੇਖ ਨਾ ਸਕਣ ਵਾਲੇ ਵਿਅਕਤੀਆਂ ਦੀਆਂ ਸੁਣਨ ਅਤੇ ਛੂ ਕੇ ਅਨੁਭਵ ਕਰਨ ਦੀਆਂ ਸ਼ਕਤੀਆਂ ਤੇਜ਼ ਹੁੰਦੀਆਂ ਹਨ। ਠੀਕ ਹੈ ਬੱਚਿਓ।
ਅਗਲਾ ਪ੍ਰਸ਼ਨ ਹੈ ਹੈਲਨ ਕੈਲਰ ਦੇ ਜੀਵਨ ਤੋਂ ਸਾਨੂੰ ਕੀ ਪ੍ਰੇਰਣਾ ਮਿਲਦੀ ਹੈ? ਤੁਸੀਂ ਪਾਠ ਵਿੱਚ ਹੈਲਨ ਕੈਲਰ ਬਾਰੇ ਪੜ੍ਹਿਆ ਹੋਇਆ ਹੈ। ਚਲੋ ਬੱਚਿਓ, ਦੱਸੋ ਇਸ ਦਾ ਕੀ ਉੱਤਰ ਹੋਏਗਾ? ਹਾਂਜੀ, ਠੀਕ ਹੈ। ਇਸ ਦਾ ਉੱਤਰ ਹੈ ਉਸ ਦੀ ਜੀਵਨੀ ਤੋਂ ਬਹੁਤ ਸਾਰੇ ਲੋਕਾਂ ਨੂੰ ਆਪਣੀਆਂ ਸਰੀਰਕ ਕਮੀਆਂ ਤੇ ਕਾਬੂ ਪਾ ਕੇ ਅੱਗੇ ਵਧਣ ਦੀ ਪ੍ਰੇਰਣਾ ਮਿਲਦੀ ਹੈ। ਬਾਰੀ ਹੈ ਘਰ ਦੇ ਕੰਮ ਦੀ। ਪਾਠ ਵਿੱਚ ਆਏ ਅਭਿਆਸ ਪ੍ਰਸ਼ਨਾਂ ਅਤੇ ਖਾਲੀ ਥਾਵਾਂ ਨੂੰ ਆਪਣੀ ਕਾਪੀ ਵਿੱਚ ਕਰੋ।